ਵੀ ਉਹਨਾਂ ਨੂੰ ਅਸੀਂ ਰੋਟੀ ਪਾਣੀ ਦਿੰਦੇ ਸੀ ਵੀ ਚਲੋ ਭੁੱਖੇ ਆ ਇਹ ਆਏ ਆ ਸਾਡੇ ਘਰ ਤੇ। ਉਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗ ਗਿਆ, ਉਹਨਾਂ ਨੇ ਸਾਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਹਾਂਜੀ, ਮੈਰਿਜ ਤੋਂ ਤੀਜੇ ਦਿਨ ਪੁਲਿਸ ਫੇਰ ਲੈ ਗਈ ਤੀ ਚਮਕੌਰ ਸਾਹਿਬ। ਇੱਕ SHO ਦਾ ਗਨਮੈਨ ਮਾਰ ਦਿੱਤਾ ਸੀ ਉਮੀ। ਤੇ ਉਹ ਗੁਰਮੀਤ ਸਿੰਘ ਨਾਂ ਦਾ ਜਿਹੜਾ ਕਿ SP ਰੈਂਕ ਦਾ ਰਿਟਾਇਰ ਹੋਇਆ, ਕਿ ਉਹ ਕਹਿੰਦਾ ਵੀ ਸਾਨੂੰ ਬੈਠਿਆਂ ਨੂੰ ਠੁੱਡ ਮਾਰਦਾ ਸੀ ਕਿ ਅਗਰ ਤੁਸੀਂ ਸਾਰੇ ਪੇਸ਼ ਹੋ ਗਏ ਤੇ ਅਸੀਂ ਵੇਲਿਆਂ ਕੀ ਕਰਨਾ। ਵਿਆਹ ਤੋਂ ਕਿੰਨਾ ਕੁ ਚਿਰ ਬਾਅਦ ਫਿਰ ਭੈਣ ਜੀ ਇਹਨਾਂ ਨੇ ਘਰ ਛੱਡ ਦਿੱਤਾ? ਵਿਆਹ ਤੋਂ 1 ਸਾਲ ਬਾਅਦ ਇਹਨਾਂ ਨੇ ਘਰ ਛੱਡਤਾ। ਬੇਟੀ ਹੋਈ ਸੀ ਨਾ ਉਦੋਂ। ਅੱਛਾ। ਹਾਂਜੀ, ਬੇਟੀ 6 ਮਹੀਨੇ ਦੀ ਸੀ ਜਦ ਅਸੀਂ ਘਰ ਤੋਂ ਬਾਹਰ ਹੀ ਚਲੇ ਗਏ ਤੇ। ਅੱਛਾ। ਮੁੜ ਕੇ ਤਾਂ ਫਿਰ ਬਾਹਰ ਹੀ ਰਹੇ ਆ, ਮੁੜ ਕੇ ਤਾਂ ਘਰ ਨੂੰ ਆਏ ਹੀ ਨਹੀਂ ਹੈਗੇ। ਕੋਈ ਜਥੇਬੰਦੀ ਨੇ ਸਾਨੂੰ ਕਦੇ ਪੁੱਛਿਆ ਹੀ ਨਹੀਂ, ਕੋਈ ਆਇਆ ਹੀ ਨਹੀਂ ਪਰਿਵਾਰ ਤੇ, ਚਾਹੇ ਅਸੀਂ ਜਿਉਂਦੇ ਹਾਂ ਜਾਂ ਮਰ ਗਏ। ਮਾਝੇ ਦੇ ਕਈ ਪਿੰਡਾਂ ਦੇ ਵਿੱਚੋਂ ਕਈ ਸਾਲ ਬਰਾਤ ਨਹੀਂ ਨਿਕਲੀ, ਕਿਉਂਕਿ 15 ਸਾਲ ਤੋਂ ਉੱਪਰ ਤੇ 35 ਸਾਲ ਤੋਂ ਥੱਲੇ ਸਾਰੇ ਦੇ ਸਾਰੇ ਨੌਜਵਾਨ ਮਾਰ ਦਿੱਤੇ ਗਏ। ਸੰਗਤ ਨਾਲ ਤਾਂ ਮੈਂ ਇਹੀ ਗੱਲ ਸਾਂਝੀ ਕਰਨੀ ਚਾਹੁੰਦੀ ਹਾਂ, ਕਿਸੇ ਤੇ ਪ੍ਰਮਾਤਮਾ ਵੱਲੋਂ ਕੋਈ ਦੁੱਖ ਪੈਂਦਾ ਤਾਂ ਉਹਦੇ ਵਿੱਚ ਆਪਣੇ ਭਰਾਵਾਂ ਨੂੰ, ਭੈਣਾਂ ਨੂੰ, ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਤਾਂ ਕਿ ਉਹ ਬੰਦਾ ਆਪਣੇ ਉਹਨਾਂ ਦੇ ਸਹਾਰੇ ਨਾਲ ਖੜਾ ਹੋ ਸਕੇ, ਨਾ ਕਿ ਉਹ ਧੱਕੇ ਖਾਂਦਾ ਫਿਰੇ ਜਿਵੇਂ ਮੈਂ ਖਾਧੀ। PTN 24 ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋਕੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਜੀ ਰੋਪੜ ਜ਼ਿਲ੍ਹੇ ਦੇ ਪਿੰਡ ਖੇੜੀ ਸਲਾਬਤਪੁਰ, ਔਰ ਇਸ ਪਿੰਡ ਦਾ ਇੱਕ ਨੌਜਵਾਨ ਭਾਈ ਅਮਰਜੀਤ ਸਿੰਘ ਜਿਹੜਾ ਕਿ 16 ਅਕਤੂਬਰ 1991 ਨੂੰ ਪਟਿਆਲਾ ਪੁਲਿਸ ਵੱਲੋਂ ਫੜ ਕੇ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਔਰ ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੇਟਾ ਤੇ ਇੱਕ ਬੇਟੀ ਛੱਡ ਗਏ। ਛੋਟੀ ਉਮਰ ਦੇ ਵਿੱਚ ਹੀ ਬੱਚੇ ਛੋਟੇ ਸੀਗੇ ਉਸ ਵਕਤ। ਬੇਟਾ ਤੇ ਉਹਨਾਂ ਦੀ ਸ਼ਹਾਦਤ ਤੋਂ 6 ਮਹੀਨੇ ਬਾਅਦ ਪੈਦਾ ਹੋਇਆ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਜਸਪਾਲ ਕੌਰ ਜੀ ਨੇ ਹੁਣ ਤੱਕ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰੀ ਹੈ, ਕਿਵੇਂ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਕੌਣ ਕਦੀ ਦੁੱਖ ਸੁੱਖ ਦੇ ਵਿੱਚ ਉਹਨਾਂ ਦਾ ਹਾਲ ਪੁੱਛਣ ਆਇਆ। ਆਓ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜੀ ਬੀਬੀ ਜਸਪਾਲ ਕੌਰ ਜੀ ਦੇ ਨਾਲ। ਆਓ ਜੀ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਸ਼ਹੀਦ ਭਾਈ ਅਮਰਜੀਤ ਸਿੰਘ ਦੀ ਧਰਮ ਪਤਨੀ ਬੀਬੀ ਜਸਪਾਲ ਕੌਰ ਜੀ ਦੇ ਨਾਲ। ਭਾਈ ਅਮਰਜੀਤ ਸਿੰਘ ਸਨ ਆਫ ਤਰਲੋਚਨ ਸਿੰਘ, ਪਿੰਡ ਖੇੜੀ ਸਲਾਬਤਪੁਰ, ਜ਼ਿਲ੍ਹਾ ਰੋਪੜ, ਜਿਹੜੇ ਕਿ 16 ਅਕਤੂਬਰ 1991 ਨੂੰ ਪਟਿਆਲਾ ਪੁਲਿਸ ਵੱਲੋਂ ਉਹਨਾਂ ਨੂੰ ਚੁੱਕ ਲਿਆ ਗਿਆ ਸੀ ਤੇ 31 ਅਕਤੂਬਰ 1991 ਨੂੰ ਉਹਨਾਂ ਨੂੰ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਭਾਈ ਸਾਹਿਬ ਦੇ ਪਿੱਛੇ ਬੀਬੀ ਜਸਪਾਲ ਕੌਰ ਤੋਂ ਇਲਾਵਾ 2 ਬੱਚੇ, ਇੱਕ ਬੇਟਾ ਤੇ ਇੱਕ ਬੇਟੀ, ਔਰ ਛੋਟੀ ਉਮਰੇ ਹੀ ਭਾਈ ਸਾਹਿਬ ਦੇ ਨਾਲ ਇਹ ਵਿਛੋੜਾ ਪੈ ਗਿਆ ਤੇ ਕਿਵੇਂ ਬੱਚੇ ਪਾਲੇ ਨੇ, ਕਿਵੇਂ ਜ਼ਿੰਦਗੀ ਗੁਜ਼ਰੀ ਹੈ ਤੇ ਕੀ ਕੁਝ ਹੋਇਆ, ਆਓ ਗੱਲਬਾਤ ਕਰਦੇ ਹਾਂ ਸਤਿਕਾਰਯੋਗ ਬੀਬੀ ਜਸਪਾਲ ਕੌਰ ਜੀ ਦੇ ਨਾਲ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਭੈਣ ਜੀ, ਸਭ ਤੋਂ ਪਹਿਲਾਂ ਤੇ ਅਸੀਂ ਇਹ ਜਾਣਨਾ ਚਾਹਾਂਗੇ ਕਿ ਭਾਈ ਅਮਰਜੀਤ ਸਿੰਘ ਜੀ ਤੁਹਾਡੇ ਸਰਦਾਰ ਜਿਹੜੇ ਨੇ ਇਸ ਮੂਵਮੈਂਟ ਦੇ ਨਾਲ ਕਿਵੇਂ ਜੁੜ ਗਏ, ਕੀ ਅਸਰ ਸੀ, ਕੀ ਉਹਨਾਂ ਦੇ ਮਨ 'ਚ ਸੀ? ਵਿਆਹ ਤੋਂ ਪਹਿਲਾਂ ਹੀ ਉਹਨਾਂ ਦੇ ਸੀਗੇ ਕੋਈ ਖਾੜਕੂ ਜਥੇਬੰਦੀਆਂ ਨਾਲ ਸੰਬੰਧਿਤ ਜਾਂ ਵਿਆਹ ਤੋਂ ਬਾਅਦ 'ਚ ਬਣੇ? ਹਾਂਜੀ, ਉਹ ਨਾ ਪਹਿਲਾਂ ਦੁਕਾਨ ਕਰਦੇ ਸੀ ਚਮਕੌਰ ਸਾਹਿਬ ਇਲੈਕਟ੍ਰੀਸ਼ਨ ਦੀ ਜੀ। ਉਸ ਤੋਂ ਬਾਅਦ ਉਹਨਾਂ ਦਾ ਸੰਪਰਕ ਭਾਈ ਹਰਮੀਤ ਸਿੰਘ ਤੋਜੀ ਭਵਾਲ ਨਾਲ ਹੋਇਆ ਜੀ। ਇਹ ਸਾਰੇ ਆਪਣੇ ਕਲਾਸ ਫੈਲੋ ਸੀ ਮੁੰਡੇ, ਖੇੜੀ, ਭੱਖੂ ਮਾਜਰਾ,
ਔਰ ਪਾਵਾਲ ਜੀ ਛੋਟੀਆਂ ਝੱਲੀਆਂ ਚਰਨਜੀਤ ਸਿੰਘ ਚੰਨਾ। ਜੀ ਬਸ ਉਹ ਇੱਕ ਵਾਰ ਬੇਟੀ ਹੋਏ ਤੇ ਮੇਰੇ ਰੋਟੀ ਖਾਣ ਆਏ ਸੀ ਘਰ। ਜੀ ਰੋਟੀ ਖਾਣ ਤੋਂ ਬਾਅਦ ਪਤਾ ਨਹੀਂ ਇਹੋ ਜਿਹਾ ਕਿਹੜਾ ਭਾਣਾ ਵਰਤਿਆ ਵੀ ਮੁੜ ਕੇ ਤਾਂ ਉਹ ਇੱਥੋਂ ਗਏ ਹੀ ਨਹੀਂ। ਆਉਂਦੇ ਰਹੇ ਜਾਂਦੇ ਰਹੇ, ਕਦੇ 2 ਆ ਗਏ, ਕਦੇ ਚੰਨਾ ਆ ਗਿਆ, ਕਦੇ ਹਰਮੀਤ ਭਾਜੀ ਆ ਗਏ, ਕਦੇ ਬਲਦੇਵ ਸਿੰਘ ਹੋਣੀ ਆ ਗਏ। ਵੀ ਉਹਨਾਂ ਨੂੰ ਅਸੀਂ ਰੋਟੀ ਪਾਣੀ ਦਿੰਦੇ ਸੀ ਵੀ ਚਲੋ ਭੁੱਖੇ ਆ ਇਹ ਆਏ ਆ ਸਾਡੇ ਘਰ ਤੇ। ਉਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗ ਗਿਆ, ਉਹਨਾਂ ਨੇ ਸਾਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਅੱਛਾ, ਇਹ ਜਿਹੜੇ ਸਿੰਘ ਆਉਂਦੇ ਸੀਗੇ ਪ੍ਰਸ਼ਾਦਾ ਪਾਣੀ ਛਕਣ, ਇਹ ਉਸ ਵਕਤ ਭਗੌੜੇ ਸੀਗੇ? ਨਹੀਂ ਜੀ, ਉਸ ਟਾਈਮ ਹਲੇ ਇਹ ਭਗੌੜੇ ਨਹੀਂ ਤੇ ਹੋਏ। ਅੱਛਾ ਹਾਂਜੀ, ਇਹਨਾਂ ਨੂੰ ਸਭ ਤੋਂ ਪਹਿਲਾਂ ਕੁਲਵਿੰਦਰ ਸਿੰਘ ਕਿੱਡ ਖਰੜ ਤੋਂ ਸੀ ਜੀ ਤੇ ਦਵਿੰਦਰ ਸਿੰਘ। ਇਹਨਾਂ ਨੂੰ ਇੱਥੋਂ ਖੇੜੀ ਰਾਤ ਨੂੰ ਪੁਲਿਸ ਨੇ ਪਹਿਲੀ ਵਾਰ ਚੱਕਿਆ ਸੀ। ਜੀ ਜੀ ਇਹ ਕਿਸੇ ਦਵਿੰਦਰ ਸਿੰਘ ਦੇ ਘਰ ਸੁੱਤੇ ਹੋਏ ਤੇ ਉੱਥੋਂ ਚੱਕ ਕੇ ਲੈ ਗਏ। ਸਵੇਰੇ ਪਤਾ ਲੱਗਿਆ ਘਰਦਿਆਂ ਨੂੰ ਵੀ ਰਾਤੀ ਪੁਲਿਸ ਆਈ ਸੀ ਵੀ ਉਹ ਲੈ ਗਏ। ਕਿਸੇ ਨੂੰ ਵੀ ਨਹੀਂ ਸੀ ਪਤਾ ਵੀ ਇਹ ਮੂਵਮੈਂਟ ਇੰਨੀ ਖਤਰਨਾਕ ਹੋ ਸਕਦੀ ਆ। ਸਾਰੇ ਫਿਰੇ, ਬਹੁਤ ਭੱਜੇ ਨੱਠੇ। ਮੈਰਿਜ ਤੋਂ ਪਹਿਲਾਂ ਦੀ ਗੱਲ ਹੈ ਮੇਰੇ। ਜੀ ਫਿਰ ਇਹਨਾਂ ਨੂੰ ਪਟਿਆਲਾ ਜੇਲ੍ਹ ਭੇਜਤਾ ਤਾਂ ਇਹਨਾਂ ਨੇ 7 ਮਹੀਨੇ ਬਾਅਦ ਰਿਹਾ ਹੋ ਕੇ ਆਏ ਸੀ ਉੱਥੋਂ। ਜੀ ਉਸ ਤੋਂ ਬਾਅਦ ਤਾਂ ਫਿਰ ਇਹ ਸੰਪਰਕ ਬਣ ਗਿਆ ਇਹਨਾਂ ਦਾ ਸਾਰੇ ਮੁੰਡਿਆਂ ਨਾਲ। ਠੀਕ। ਪਰ ਜਦੋਂ ਇਹਨਾਂ ਨੂੰ ਪਹਿਲੀ ਵਾਰ ਫੜਿਆ ਨਾ, ਇਹਨਾਂ ਪਰ ਬਹੁਤ ਜ਼ਿਆਦਾ ਤਸ਼ੱਦਦ ਕਰਿਆ ਗਿਆ। ਅੱਛਾ ਜੀ 4 ਮੁੰਡਿਆਂ ਤੇ। ਅੱਛਾ ਜੀ। ਹਾਂਜੀ, ਇੱਕ ਕਾਠਗੜ੍ਹ ਦਾ ਮੁੰਡਾ ਸੀ। ਅੱਛਾ, ਕੁਲਵਿੰਦਰ ਸਿੰਘ ਕਿੱਡ ਵੀ ਨਾਲ ਹੀ ਸੀ? ਹਾਂਜੀ, ਕੁਲਵਿੰਦਰ ਸਿੰਘ ਕਿੱਡ। ਕੁਲਵਿੰਦਰ ਸਿੰਘ ਕਿੱਡ ਤੇ ਨਾਭੇ ਜੇਲ੍ਹ 'ਚ ਰਿਹਾ ਨਾ, ਤੇ ਇਹ ਭਾਈ ਸਾਹਿਬ ਵੀ ਨਾਭੇ ਜੇਲ੍ਹ 'ਚ ਰਹੇ ਨੇ? ਹਾਂਜੀ, ਪਹਿਲਾਂ ਇਹ ਨਾਭੇ ਜੇਲ੍ਹ 'ਚ ਰਹੇ ਆ। ਕਿਹੜੇ ਸੰਨ 'ਚ ਕੋਈ ਯਾਦ ਜੇ? ਇਹ 88 ਦੀ ਗੱਲ ਆ, 88 ਜਾਂ 87 ਦੀ। ਇਹ ਨਾਭੇ ਜੇਲ੍ਹ 'ਚ ਕੁਛ ਦੇਰ ਰਹੇ ਆ। ਪਰ ਕੁਲਵਿੰਦਰ ਕਿੱਡ ਸਭ ਤੋਂ ਪਹਿਲਾਂ ਖੇੜੀ ਤੋਂ ਫੜੇ ਗਏ ਆ ਇਹ। ਠੀਕ। ਕੁਲਵਿੰਦਰ ਕਿੱਡ ਨੂੰ ਜਦੋਂ ਫੜਿਆ ਸਭ ਤੋਂ ਪਹਿਲੀ ਵਾਰ ਪੁਲਿਸ ਨੇ ਇਸ ਮੂਵਮੈਂਟ ਦੇ ਵਿੱਚ, ਉਦੋਂ ਇਹ ਖੇੜੀ ਸਲਾਬਤਪੁਰ ਆਏ ਹੋਏ ਸੀ। ਭਾਈ ਦਵਿੰਦਰ ਸਿੰਘ ਬੱਬਰ ਤਾਂ ਨਾਲ ਮੇਰੇ ਹਸਬੈਂਡ ਤੇ ਇੱਕ ਮੁੰਡਾ ਹੋਰ ਸੀ ਨਾਲ। ਠੀਕ ਠੀਕ। ਉਸ ਤੋਂ ਬਾਅਦ ਇਹਨਾਂ ਨੇ ਫਿਰ ਰੋਪੜ ਸੀਏ ਸਟਾਫ 'ਚ ਰੱਖਿਆ ਇਹਨਾਂ ਨੂੰ 15-20 ਦਿਨ। ਜੀ ਕੁਛ ਦਿਨ 15 ਦਿਨ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਲੈ ਗਏ। ਜੀ। ਉਸ ਤੋਂ ਬਾਅਦ ਇਹਨਾਂ ਨੇ ਫਿਰ ਪੇਸ਼ ਕਰਿਆ, ਫਿਰ ਪਟਿਆਲੇ ਜੇਲ੍ਹ 'ਚ ਭੇਜੇ, ਫਿਰ ਕੁਛ ਦੇਰ ਇਹ ਨਾਭਾ ਜੇਲ੍ਹ 'ਚ ਵੀ ਰਹਿ ਕੇ ਆਏ। ਮੈਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਜਿਸ ਜੁਝਾਰੂ ਸਿੰਘ ਦਾ ਜ਼ਿਕਰ ਕਰ ਰਹੇ ਨੇ ਭੈਣ ਜੀ, ਕੁਲਵਿੰਦਰ ਸਿੰਘ ਕਿੱਡ, ਪ੍ਰਿੰਸੀਪਲ ਤਰਲੋਚਨ ਸਿੰਘ ਜੀ ਦਾ ਇਹ ਬੇਟਾ ਸੀਗਾ। ਔਰ ਨਾਭੇ ਜੇਲ੍ਹ ਦੇ ਵਿੱਚ ਉਸ ਵਕਤ ਮੈਂ ਵੀ ਨਾਭੇ ਜੇਲ੍ਹ 'ਚ ਸੀ। ਔਰ ਮੈਨੂੰ ਲੱਗਦਾ ਕਿ ਸ਼ਾਇਦ ਭਾਈ ਅਮਰਜੀਤ ਸਿੰਘ ਉਸ ਵਕਤ ਸ਼ਾਇਦ ਕਿਤੇ ਅਸੀਂ ਇੱਕੋ ਟਾਈਮ ਦੇ ਉੱਤੇ ਹੀ ਨਾਭੇ ਜੇਲ੍ਹ 'ਚ, ਕਿਉਂਕਿ 87 88 2 ਸਾਲ ਮੈਂ ਲਗਾਤਾਰ ਨਾਭੇ ਜੇਲ੍ਹ ਦੇ ਵਿੱਚ ਰਿਹਾ। ਔਰ 2 ਮਹੀਨੇ ਉਸ ਤੋਂ ਪਹਿਲਾਂ ਅਸੀਂ ਗੁਰਦਾਸਪੁਰ ਜੇਲ੍ਹ ਦੇ ਵਿੱਚ ਰਹੇ ਹਾਂ। ਅਤੇ ਕੁਲਵਿੰਦਰ ਕਿੱਡ ਜਿਹੜਾ ਇੱਕ ਬੜਾ ਵੱਡਾ ਨਾਂ ਸੀਗਾ ਉਸ ਵਕਤ ਨਾਭੇ ਜੇਲ੍ਹ ਦੇ ਵਿੱਚ, ਇੱਕ ਚਰਚਿਤ ਨਾਂ ਸੀ ਰੋਪੜ ਜ਼ਿਲ੍ਹੇ ਦਾ। ਬੜਾ ਖੂਬਸੂਰਤ ਨੌਜਵਾਨ ਅਣਦਾੜੀਆ ਜਿਹਾ ਮੁੰਡਾ ਸੀਗਾ। ਹਾਂਜੀ ਹਾਂਜੀ। ਅੱਛਾ, ਇਹ ਉਹਨਾਂ ਦੇ ਗਰੁੱਪ ਦੇ ਵਿੱਚ ਫਿਰ ਰਹੇ ਆ? ਹਾਂਜੀ ਹਾਂਜੀ। ਇਹ ਤੇ ਤੁਹਾਡੀ ਮੈਰਿਜ ਤੋਂ ਪਹਿਲਾਂ ਦੀ ਗੱਲ ਆ? ਹਾਂਜੀ, ਮੈਰਿਜ ਤੋਂ ਪਹਿਲਾਂ ਦੀ ਗੱਲ ਹੈ। ਮੈਰਿਜ ਕਿਹੜੇ ਸਾਲ 'ਚ ਹੋਈ ਤੁਹਾਡੀ? 88 ਵਿੱਚ ਹੋਈ, ਮਈ 'ਚ, 9 ਮਈ। ਅੱਛਾ, 9 ਮਈ 1988 ਵਿੱਚ। ਇਹਦਾ ਮਤਲਬ ਜੇਲ੍ਹ 'ਚੋਂ ਆਉਂਦਿਆਂ ਜਲਦੀ ਮੈਰਿਜ ਹੋ ਗਈ ਇਹਨਾਂ ਦੀ? ਹਾਂਜੀ ਠੀਕ ਠੀਕ ਹੈ ਜੀ। ਹਾਂਜੀ, ਮੈਰਿਜ ਤੋਂ ਤੀਜੇ ਦਿਨ ਪੁਲਿਸ ਫੇਰ ਲੈ ਗਈ ਤੀ ਚਮਕੌਰ ਸਾਹਿਬ। ਇੱਕ SHO ਦਾ ਗਨਮੈਨ ਮਾਰ ਦਿੱਤਾ ਸੀ ਓਮੀ। ਅੱਛਾ ਜੀ। ਹਾਂਜੀ, ਉਸ ਤੋਂ ਬਾਅਦ ਤੀਜੇ ਦਿਨੇ ਫਿਰ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ। ਤਾਂ ਫਿਰ ਤਸ਼ੱਦਦ ਕੀਤਾ ਗਿਆ ਬਹੁਤ ਜ਼ਿਆਦਾ। ਵੀ ਹਰ ਵਾਰ ਇਦਾਂ ਹੀ ਕਰਦੇ ਤੇ, ਵੀ ਕਿਤੇ ਵੀ ਏਰੀਏ 'ਚ ਕੁਛ ਹੁੰਦਾ ਤਾਂ ਲੈ ਜਾਂਦੇ ਤੇ ਤਸ਼ੱਦਦ ਕਰਦੇ ਤੇ ਫਿਰ ਛੱਡ ਦਿੰਦੇ ਤੇ। ਵੀ ਫਿਰ ਅਖੀਰ ਨੂੰ ਤਾਂ ਕਰਕੇ ਘਰ ਛੱਡਣਾ ਪਿਆ। ਜਦ ਜ਼ਿਆਦਾ ਹਾਲਾਤ ਜ਼ਿਆਦਾ ਖਰਾਬ ਹੋ ਗਏ ਨਾ, ਫਿਰ ਘਰ ਛੱਡਣਾ ਪਿਆ। ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਆ ਬੀਬੀ ਜਸਪਾਲ ਕੌਰ ਦੇ ਮੂੰਹ ਗੱਲ ਜਿਹੜੀ ਆ, ਵੀ ਵਿਆਹ ਤੋਂ ਤੀਸਰੇ ਦਿਨ ਬਾਅਦ ਪੁਲਿਸ ਚੁੱਕ ਰਹੀ ਹੈ। ਜਦੋਂ ਕਿ ਇੱਕ ਬੰਦਾ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਰਿਹਾ ਹੈ, ਉਹਦੇ 'ਤੇ ਇੱਕ ਜ਼ਿੰਮੇਵਾਰੀ ਆ ਰਹੀ ਹੈ ਕਿ ਹੁਣ ਬਾਕੀ ਮਾਂ-ਬਾਪ ਭੈਣ ਭਰਾਵਾਂ ਤੋਂ ਇਲਾਵਾ ਇੱਕ ਹੋਰ ਘਰ ਦੀ ਜ਼ਿੰਮੇਵਾਰੀ, ਇੱਕ ਹੋਰ ਮੇਰੀ ਪਤਨੀ ਦੀ ਵੀ ਜ਼ਿੰਮੇਵਾਰੀ ਮੇਰੇ 'ਤੇ ਬਣ ਗਈ ਹੈ। ਅਤੇ ਜੇ ਪੁਲਿਸ ਉਸ ਵਕਤ ਇਹਨਾਂ ਨੂੰ ਟਿਕ ਕੇ ਬਹਿਣ ਦਿੰਦੀ ਤਾਂ ਹੋ ਸਕਦਾ ਸੀਗਾ ਕਿ ਇਹ ਆਪਣੇ ਪਰਿਵਾਰ 'ਚ ਰੁੱਝ ਜਾਂਦੇ, ਆਪਣੇ ਘਰੇਲੂ ਜ਼ਿੰਮੇਵਾਰੀਆਂ 'ਚ ਰੁੱਝ ਜਾਂਦੇ ਅਤੇ ਸ਼ਾਇਦ ਇਸ ਰਸਤੇ 'ਤੇ ਨਾ ਤੁਰਦੇ। ਯਾਰ, ਇੱਕ ਬੰਦੇ ਦਾ ਪਰਸੋਂ ਵਿਆਹ ਹੋਇਆ, ਅੱਜ ਤੁਸੀਂ ਉਹਨੂੰ ਚੁੱਕ ਰਹੇ ਹੋ ਕਿ ਸਾਡਾ ਗਨਮੈਨ ਮਾਰਤਾ। ਇਹ ਗੱਲ ਪੋਸੀਬਲ ਹੈ ਕਿਤੇ? ਅਤੇ ਫਿਰ ਵੀ ਭਾਈ ਅਮਰਜੀਤ ਸਿੰਘ ਨੂੰ ਮਜਬੂਰ ਕਰ ਦਿੱਤਾ ਗਿਆ ਘਰ ਛੱਡਣ ਲਈ। ਵਿਆਹ ਤੋਂ ਕਿੰਨਾ ਕੁ ਚਿਰ ਬਾਅਦ ਫਿਰ ਭੈਣ ਜੀ ਇਹਨਾਂ ਨੇ ਘਰ ਛੱਡ ਦਿੱਤਾ? ਵਿਆਹ ਤੋਂ 1 ਸਾਲ ਬਾਅਦ ਇਹਨਾਂ ਨੇ ਘਰ ਛੱਡਤਾ। ਬੇਟੀ ਹੋਈ ਸੀ ਨਾ ਉਦੋਂ। ਅੱਛਾ ਜੀ। ਹਾਂਜੀ, ਬੇਟੀ 6 ਮਹੀਨੇ ਦੀ ਸੀ ਜਦ ਅਸੀਂ ਘਰ ਤੋਂ ਬਾਹਰ ਚਲੇ ਗਏ ਤੇ। ਅੱਛਾ ਜੀ।
ਮੁੜ ਕੇ ਤਾਂ ਫਿਰ ਬਾਹਰ ਹੀ ਰਹੇ ਆ, ਮੁੜ ਕੇ ਤਾਂ ਘਰ ਨੂੰ ਆਏ ਹੀ ਨਹੀਂ ਹੈਗੇ। ਕਿੰਨੀ ਉਮਰ ਸੀ ਜੀ ਉਸ ਵਕਤ ਤੁਹਾਡੀ? 23 ਸਾਲ 23 ਸਾਲ 23 ਸਾਲ ਦੀ ਉਮਰ ਸੀ ਜਦੋਂ ਸ਼ਹੀਦ ਹੋ ਗਏ ਭਾਈ ਸਾਹਿਬ, ਹਾਂਜੀ ਤੇ 2 ਬੱਚੇ। ਹਾਂਜੀ, ਬੇਟਾ ਬਾਅਦ ਵਿੱਚ ਹੋਇਆ ਜੀ, ਉਹਨਾਂ ਦੀ ਸ਼ਹੀਦੀ ਸ਼ਹੀਦ ਹੋਣ ਤੋਂ ਕਿੰਨਾ ਚਿਰ ਬਾਅਦ? 6 ਮਹੀਨੇ ਬਾਅਦ। ਔਰ ਬੇਟੇ ਨੇ ਕਦੀ ਨਾ ਬਾਪ ਦੀ ਸ਼ਕਲ ਵੇਖੀ ਤੇ ਨਾ ਬਾਪ ਦਾ ਪਿਆਰ ਮਾਣਿਆ, ਤੇ ਉਹ ਤੇ ਬਸ ਗੱਲਾਂ ਹੀ ਸੁਣਦਾ ਹੋਣਾ ਤੁਹਾਡੇ ਕੋਲੋਂ ਵੀ ਮੇਰਾ ਬਾਪ ਕਿਵੇਂ ਸੀ, ਕਿੱਦਾਂ ਸੀ। ਕੁਦਰਤੀ ਬੱਚਿਆਂ ਨੂੰ ਪਰਮਾਤਮਾ ਹੀ ਸਬਰ ਦੇ ਦਿੰਦਾ। ਬੱਚੇ ਦੋਨੋਂ ਹੀ ਬਹੁਤ ਸਿੰਸੀਅਰ ਆ, ਕਦੇ ਵੀ ਜਿੱਦ ਨਹੀਂ ਸੀ ਕੀਤੀ ਉਹਨਾਂ ਨੇ ਕਿਸੇ ਵੀ ਚੀਜ਼ ਵਾਸਤੇ। ਇੰਨੀ ਛੋਟੀ ਉਮਰ ਦੇ ਵਿੱਚ ਭੈਣ ਜੀ ਜਦੋਂ ਸਾਥ ਛੁੱਟ ਗਿਆ, ਕਿਤੇ ਪੇਕਿਆਂ ਸਹੁਰਿਆਂ ਵੱਲੋਂ ਜਾਂ ਕਦੇ ਕਿਸੇ ਰਿਸ਼ਤੇਦਾਰ ਭੈਣ ਭਰਾ ਨੇ ਨਹੀਂ ਕਿਹਾ ਕਿ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਲਓ? ਕਿਸੇ ਨੇ ਨਹੀਂ ਪੁੱਛਿਆ, ਕਿਸੇ ਨੇ ਨਹੀਂ ਸਾਥ ਦਿੱਤਾ। ਆਪਣੇ ਮਨ 'ਚ ਨਹੀਂ ਆਇਆ ਕਿ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ ਜਾਏ? ਤੇ ਭਾਈ ਸਾਹਿਬ ਬੱਚਿਆਂ ਨੂੰ ਛੱਡ ਕੇ ਕਿੱਥੇ ਜਾਂਦੀ ਮੈਂ, ਇਹਨਾਂ ਨੇ ਰੁਲ ਜਾਣਾ ਸੀ। ਫਿਰ ਬਾਹਰ ਸਮਾਜ ਬਹੁਤ ਮਾੜਾ ਹੈ, ਬਹੁਤ ਠੋਕਰਾਂ ਖਾਧੀਆਂ, ਬਹੁਤ ਧੱਕੇ ਖਾਧੇ, ਬਹੁਤ ਫਿਰੀ ਹਾਂ ਮੈਂ ਬੱਚਿਆਂ ਵਾਸਤੇ। ਇੱਕ ਵੀ ਰਿਸ਼ਤੇਦਾਰ ਭੈਣ ਭਾਈ ਨੇ ਬਾਂਹ ਨਹੀਂ ਫੜੀ ਹੈਗੀ, ਭਰਾ ਹੈ ਨਹੀਂ ਤਾਂ ਕੋਈ। ਮੈਂ ਡਿਪਰੈਸ਼ਨ ਦੀ ਮਰੀਜ਼ ਹਾਂ, 14 ਸਾਲ ਹੋ ਗਏ ਦਵਾਈ ਖਾਂਦੀ ਨੂੰ। 32 ਦੇ ਹਸਪੀਟਲ ਤੋਂ ਇਲਾਜ ਚੱਲਦਾ ਮੇਰਾ। ਕਿਹੜੇ ਪੁਲਿਸ ਅਫਸਰ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਚੁੱਕਿਆ? ਸੰਤ ਕੁਮਾਰ ਸੀ, ਪਟਿਆਲਾ ਸੀਆਈ ਸਟਾਫ ਤੋਂ। ਐਸਐਸਪੀ ਸੀ ਸਤੀਸ਼ ਕੁਮਾਰ ਸ਼ਰਮਾ, ਔਰ ਡੀਐਸਪੀ ਸੀ ਐਸਪੀਡੀ ਸੁਰਜੀਤ ਸਿੰਘ ਗਰੇਵਾਲ, ਅੱਛਾ, ਡੀਐਸਪੀ ਜਸਵਿੰਦਰ ਸਿੰਘ ਕੂਨਰ, ਔਰ ਡੀਆਈਜੀ ਡੀਆਰ ਭੱਟੀ। ਅੱਛਾ, ਇਹਨਾਂ ਅਫਸਰਾਂ ਨੂੰ ਤੁਸੀਂ ਮਿਲੇ ਵੀ ਬਾਅਦ 'ਚ? ਹਾਂਜੀ, ਇਹਨਾਂ ਨੂੰ ਮੈਂ ਸਾਰਿਆਂ ਨੂੰ ਮਿਲੀ, ਜਾ ਕੇ ਬਹੁਤ ਕੋਸ਼ਿਸ਼ ਕਰੀ। ਫਿਰ ਮੈਨੂੰ ਅਖੀਰ ਨੂੰ ਜਾ ਕੇ ਇਹਨਾਂ ਨੇ, ਜਸਵਿੰਦਰ ਸਿੰਘ ਕੂਨਰ ਨੇ ਡੀਆਈਜੀ ਦੇ ਕਹਿਣ 'ਤੇ ਮੈਨੂੰ ਇੱਕ ਫੋਟੋ ਦਿਖਾਈ। ਅੱਛਾ, ਵੀ ਇਹ ਤੁਸੀਂ ਫੋਟੋ ਦੇਖੋ। ਮੈਂ ਕਿਹਾ ਮੇਰੇ ਹਸਬੈਂਡ ਦੀ ਆ। ਮਤਲਬ ਸ਼ਹੀਦ ਹੋਇਆਂ ਦੀ ਤਸਵੀਰ ਸੀ? ਬਸ ਪਏ ਸੀ ਇੱਦਾਂ ਹੀ, ਹੋਰ ਕੁਛ ਨਹੀਂ ਤਾਂ ਹੋਇਆ। ਸਿਰ ਨੰਗਾ ਸੀ, ਪਿਆਂ ਦੀ ਫੋਟੋ ਤੇ ਕੱਪੜੇ ਉਹੀ ਪਾਏ ਹੋਏ ਸੀ ਜਿਹੜੇ ਘਰ ਤੋਂ ਪਾਏ ਹੋਏ ਤੇ। ਕਹਿੰਦੇ ਵੀ ਇਹ ਤਾਂ ਸ਼ਹੀਦ, ਵੀ ਅਸੀਂ ਇਹ ਤਾਂ ਮੁਕਾਬਲੇ 'ਚ ਮਾਰਿਆ ਗਿਆ ਬੰਦਾ, ਵੀ ਦੇਖ ਲਓ ਤੁਹਾਡਾ ਹੀ ਆ। ਮੈਂ ਕਿਹਾ ਹਾਂਜੀ। ਮੈਂ ਤੁਸੀਂ ਤਾਂ ਇਹਨਾਂ ਨੂੰ ਫੜਿਆ ਬੱਸ ਅੱਡੇ ਤੋਂ। ਕਹਿੰਦੇ ਅਸੀਂ ਬੀਬਾ ਜੀ ਜ਼ਿਆਦਾ ਨਹੀਂ ਜਾਣਕਾਰੀ ਦੇ ਸਕਦੇ, ਵੀ ਸਾਨੂੰ ਸਖਤ ਆਰਡਰ ਆ, ਵੀ ਅਸੀਂ ਤੁਹਾਨੂੰ ਫੋਟੋ ਹੀ ਦਿਖਾ ਸਕਦੇ ਹਾਂ, ਫੋਟੋ ਦੇ ਵੀ ਨਹੀਂ ਸਕਦੇ ਤੁਹਾਨੂੰ ਅਸੀਂ। ਫੋਟੋ ਵੀ ਦਿੱਤੀ ਨਹੀਂ ਤੀ ਉਹਨਾਂ ਨੇ ਉਸ ਟਾਈਮ। ਫਿਰ ਮੈਂ ਉੱਥੋਂ ਪਟਿਆਲੇ ਤੋਂ ਵਾਪਸ ਆਈ, ਮੇਰੇ ਨਾਲ ਮੇਰੀ ਸਿਸਟਰ ਸੀ ਵੱਡੇ, ਉਹ ਮੈਨੂੰ ਇੱਥੇ ਆ ਕੇ ਛੱਡ ਕੇ ਗਏ। ਘਰ ਆ ਕੇ ਫਿਰ ਘਰਦਿਆਂ ਨੂੰ ਵੀ ਸਾਰਿਆਂ ਨੂੰ ਪਤਾ ਲੱਗ ਗਿਆ। ਕਿੰਨੇ ਚਿਰ ਬਾਅਦ ਇਹ ਤਸਵੀਰ ਵਿਖਾਲੀ ਗਈ ਤੁਹਾਨੂੰ? ਕਿਉਂਕਿ ਜਿਹੜਾ ਮੁਕਾਬਲਾ ਸੀਗਾ ਸਭਾ ਤੀ, ਬੜੀ ਸਭਾ ਤੀ ਉਦੋਂ। ਅੱਛਾ ਜੀ। ਹਾਂਜੀ, ਬੜੀ ਸਭਾ ਦੇ ਦਿਨ ਤੇ ਮੈਂ 22 ਦਿਨ ਤਾਂ ਸਾਨੂੰ ਪਤਾ ਹੀ ਨਹੀਂ ਨਾ ਲੱਗਿਆ। ਉਹਦੇ ਬਾਅਦ ਮੈਂ ਭੱਜ ਨੱਠ ਕਰ ਲਈ, ਮਿਲਣ ਲੱਗ ਗਈ। ਮੈਨੂੰ ਵੀ ਡਰਾਉਣ ਲੱਗ ਗਏ ਸਾਰੇ, ਵੀ ਤੁਸੀਂ ਮਿਲਣਾ ਨਹੀਂ, ਵੀ ਤੁਹਾਨੂੰ ਚੱਕ ਲੈਣਗੇ। ਮੈਂ ਕਿਹਾ ਮੈਂ ਕਿਹੜਾ ਕੁਛ ਕੀਤਾ ਹੋਇਆ ਵੀ ਮੈਂ ਮਿਲੂੰਗੀ, ਵੀ ਮੈਂ ਇੱਕ ਵਾਰ ਪਤਾ ਤਾਂ ਕਰਨਾ ਹੈ ਨਾ। ਫਿਰ ਅਖੀਰ ਨੂੰ ਮੈਂ ਡੀਆਈਜੀ ਭੱਟੀ ਦਾ ਟਾਈਮ ਲੈ ਕੇ ਉਹਨਾਂ ਨੂੰ ਮਿਲ ਕੇ ਆਈ ਸੀ ਜਾ ਕੇ। ਫਿਰ ਉਹਨਾਂ ਨੇ ਕਿਹਾ ਵੀ ਜੋ ਵੀ ਹੋਇਆ ਇਹਨਾਂ ਦੇ ਹਸਬੈਂਡ ਨਾਲ ਇਹਨਾਂ ਨੂੰ ਦੱਸਿਆ ਜਾਵੇ। ਫਿਰ ਉਹਨਾਂ ਨੇ ਮੈਨੂੰ ਉਹ ਫੋਟੋ ਦਿਖਾਈ ਸੀ, ਵੀ ਆਹ ਫੋਟੋ ਹੀ ਆ ਸਾਡੇ ਕੋਲ। ਫਿਰ ਰਾਜਪੁਰੇ ਅਸੀਂ ਜੱਜ ਕੋਲ ਗਏ ਸੀ, ਇੱਕ ਕੋਲ, ਵੀ ਉਹਨਾਂ ਦਾ ਜਿਹੜਾ ਸਮਾਨ ਸੀ ਉਹ ਸਾਨੂੰ ਦਿੱਤਾ ਜਾਵੇ। ਜੱਜ ਨੇ ਵੀ ਪਰਮਿਸ਼ਨ ਦੇ ਦਿੱਤੀ, ਪਰ ਪੁਲਿਸ ਵਾਲਿਆਂ ਨੇ ਸਾਨੂੰ ਉਹ ਸਮਾਨ ਨਹੀਂ ਦਿੱਤਾ, ਨਾ ਉਹਨਾਂ ਦਾ ਵੈਲਟ, ਨਾ ਘੜੀ, ਨਾ ਕੋਈ ਕੱਪੜਾ, ਕੁਛ ਨਹੀਂ ਦਿੱਤਾ ਉਹਨਾਂ ਨੇ। ਉਹ ਵੀ ਮੈਂ ਰੱਖਿਆ ਹੋਇਆ ਪੇਪਰ। ਇਹ ਜਿਸ ਤਰ੍ਹਾਂ ਤੁਸੀਂ ਉਸ ਵਕਤ ਸੁਰਜੀਤ ਗਰੇਵਾਲ ਨੂੰ ਮਿਲੇ, ਡੀਆਰ ਭੱਟੀ ਨੂੰ ਮਿਲੇ, ਜਾਂ ਵੱਡੇ ਅਫਸਰਾਂ ਨੂੰ ਮਿਲੇ, ਇਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਜਦੋਂ ਤੁਸੀਂ ਗੱਲਬਾਤ ਜਾ ਕੇ ਕਰਦੇ ਸੀ? ਰਵੱਈਆ ਜਿਹੜੇ ਬੜੇ ਅਫਸਰ ਤੇ ਉਹਨਾਂ ਦਾ ਤਕਰੀਬਨ ਰਵੱਈਆ ਠੀਕ ਸੀ। ਪਰ ਜਿਹੜਾ ਸੰਤ ਕੁਮਾਰ ਸੀ ਨਾ, ਉਹ ਬਹੁਤ ਰੂਲ ਦੀ ਗੱਲ ਕਰਦਾ ਤਾਂ, ਢੰਗ ਨਾਲ ਉਹ ਗੱਲ ਨਹੀਂ ਸੀ ਕਰ ਰਿਹਾ।
ਇਹ ਗਰੇਵਾਲ ਨੇ ਵੀ ਬੜਾ ਹੀ ਉਦੋਂ ਕਹਿਰ ਕੀਤਾ ਇਸ ਪਟਿਆਲੇ ਏਰੀਏ 'ਚ। ਬਹੁਤ ਕਮੀਨਾ ਹੈ ਇਹ ਤਾਂ, ਬਹੁਤ ਕਮੀਨਾ, ਭਰ ਕੇ ਮਰੂਗਾ ਇਹ, ਜਦ ਵੀ ਮਰੂਗਾ ਇਹ ਸਾਰੇ ਹੀ ਬਹੁਤ ਕਮੀਨੇ ਅਫਸਰ। ਤੇ ਬਸਰਾ ਬਹੁਤ ਖਰਾਬ ਸੀ ਉਸ ਟਾਈਮ ਦਾ, ਸਾਡੇ ਏਰੀਏ 'ਚ ਬਸਰਾ DSP ਰਿਹਾ। ਇਹ ਗਰੇਵਾਲ ਹੁਣ ਜੇਲ੍ਹ 'ਚ ਹੈ ਇਸ ਵਕਤ, ਤੁਹਾਨੂੰ ਪਤਾ ਇਸ ਗੱਲ ਦਾ? ਹਾਂਜੀ ਮੈਨੂੰ ਪਤਾ ਹੈ, ਉਹ ਜੇਲ੍ਹ 'ਚ ਆ ਜਾਣਾ ਜ਼ਮਾਨਤ ਤੇ ਇਹਨਾਂ ਨੇ ਬਾਹਰ। ਫਿਰ ਵੀ ਉਸ ਟਾਈਮ ਤਾਂ, ਉਸ ਤੋਂ ਬਾਅਦ ਫਿਰ ਬੇਟਾ ਹੋਣ ਤੋਂ ਬਾਅਦ ਮੇਰੀ ਬੜੀ ਨਣਦ ਸਾਨੂੰ ਲਾਡ ਵੀ ਲੈ ਗਏ। ਅੱਛਾ ਜੀ। ਬੇਟੇ ਦਾ ਪਾਠ ਸੁੱਖਿਆ ਹੋਇਆ ਸੀ ਉਹਨਾਂ ਨੇ, ਮੇਰਾ ਦਿਓਰ ਮੇਰੇ ਨਾਲ ਚਲੇ ਗਿਆ, ਇਹਨੂੰ ਜਾ ਕੇ ਉੱਥੇ ਅਰੈਸਟ ਕਰ ਲਿਆ ਉਹਨਾਂ ਨੇ, ਕਹਿੰਦੇ ਵੀ ਉਗਰਵਾਦੀ ਆ ਗਏ ਪੰਜਾਬ ਤੇ। ਉੱਥੇ ਬਰਾੜੇ 5 ਪੁਲਿਸ ਵਾਲੇ ਮਾਰਤੇ ਸੀ ਕਿਸੇ ਨੇ। ਫਿਰ ਉਹ ਕਹਿੰਦੇ ਵੀ ਚਮਕੌਰ ਸਾਹਿਬ ਥਾਣੇ 'ਚੋਂ ਲਿਖਾ ਕੇ ਲਿਆਓ। ਅਸੀਂ ਚਮਕੌਰ, ਰਾਤ ਨੂੰ ਮੈਂ ਆਈ ਥਾਣੇ 'ਚੋਂ ਲਿਖਵਾਇਆ, ਫਿਰ ਵਾਪਸ ਗਏ ਤਾਂ 5ਵੇਂ ਦਿਨ ਇਹਨੂੰ ਅਸੀਂ ਉੱਥੋਂ ਛੁਡਾ ਕੇ ਲਿਆਏ। ਮੁੜ ਕੇ ਅਸੀਂ ਹਰਿਆਣੇ 'ਚ ਵੀ ਨਹੀਂ ਗਏ। ਤੇ ਫਿਰ 6 ਮਹੀਨੇ ਬਾਅਦ ਭਾਈ ਅਮਰਜੀਤ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਬੇਟਾ ਹੋਇਆ ਤੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ? ਕਿਤੇ ਇਹ ਵੀ ਗੱਲ ਕਹੀ ਗਈ ਹੋਏਗੀ ਕਿ ਸ਼ਾਇਦ ਅਮਰਜੀਤ ਸਿੰਘ ਇੱਕ ਨਵੇਂ ਰੂਪ 'ਚ ਮੁੜ ਆਇਆ। ਹਾਂਜੀ, ਸਾਰੇ ਖੁਸ਼ੀ ਤਾਂ ਥੋੜ੍ਹਾ ਮਨਾਈ ਕਿਸੇ ਨੇ, ਸਾਰੇ ਰੋਂਦੇ ਹੀ ਤੇ ਵੀ ਚਲੋ ਛੋਟਾ ਹੀ ਸਹੀ, ਵੀ ਜੀ ਸਾਡੇ ਕਹਿੰਦੇ ਹੁੰਦੇ ਸੀ ਛੋਟੇ ਪੈਰਾਂ ਵਾਲਾ ਹੀ ਸਹੀ, ਮੇਰਾ ਪੱਪੂ ਵਾਪਸ ਆ ਗਿਆ, ਮੇਰਾ ਅਮਰਜੀਤ ਵਾਪਸ ਆ ਗਿਆ। ਹੈ ਵੀ ਸੇਮ ਆਪਣੇ ਪਾਪਾ ਦੀ ਉਹ ਕਾਪੀ ਹੈ, ਦੂਜੀ ਬੇਟਾ, ਬੋਲ ਚਾਲ ਵੀ ਉਹੀ ਆ, ਤੋਰ ਵੀ ਉਹੀ ਆ। ਵੀ ਮਾਹੌਲ ਤਾਂ ਹੁਣ ਖੁਸ਼ੀ ਦਾ ਘਰ ਵਿੱਚ 30 ਸਾਲ ਬਾਅਦ ਕਿਤੇ ਆਇਆ। ਹੁਣ ਖੁਸ਼ੀ ਆਈ ਆ ਘਰ ਵਿੱਚ ਬੇਟੇ ਦੇ ਵਿਆਹ ਤੇ। ਕਦੇ ਅੱਜ ਤੱਕ ਸਾਡੇ ਘਰ ਵਿੱਚ ਕੋਈ ਹੀਜੜੇ ਵਗੈਰਾ ਨਹੀਂ ਤੇ ਨੱਚੇ ਅੱਜ ਤੱਕ ਜ਼ਿੰਦਗੀ 'ਚ। ਪਹਿਲੀ ਵਾਰ ਕੋਈ ਇਹੋ ਜਿਹਾ ਫੰਕਸ਼ਨ ਹੋਇਆ ਵੀ ਉਹ ਵੀ ਨੱਚ ਕੇ ਗਏ ਸਾਡੇ ਘਰ ਆ ਕੇ ਐਤਕੀ। ਮਤਲਬ ਖੁਸ਼ੀ ਮਾਣਨ ਲਈ ਪਰਿਵਾਰ ਤਰਸ ਗਿਆ। 30 ਸਾਲ ਬਾਅਦ ਇਹ ਮੌਕਾ ਮਾਹੌਲ ਬਣਿਆ ਕਿ ਘਰ ਵਿੱਚ ਸ਼ਹਿਨਾਈ ਗੂੰਜੀ, ਖੁਸਰੇ ਆ ਕੇ ਨੱਚੇ, ਵਧਾਈਆਂ ਲਈਆਂ, ਵਧਾਈਆਂ ਦਿੱਤੀਆਂ ਗਈਆਂ। ਕਿਤੇ ਇਸ ਸਮੇਂ ਦੌਰਾਨ ਭੈਣ ਜੀ ਉਹਨਾਂ ਦਾ ਕੋਈ ਸੰਗੀ ਸਾਥੀ ਜਾਂ ਕੋਈ ਵੱਡਾ ਪੰਥਕ ਆਗੂ ਜਾਂ ਕੋਈ ਦੇਸ਼ ਵਿਦੇਸ਼ ਦੇ ਵਿੱਚੋਂ ਕਦੀ, ਕਿਉਂਕਿ ਬੱਚਿਆਂ ਨੂੰ ਪੜ੍ਹਾਇਆ, ਫੀਸਾਂ ਦੀਆਂ ਦਿੱਕਤਾਂ ਆਈਆਂ ਹੋਣਗੀਆਂ, ਕਿਤੇ ਉਹਨਾਂ ਦੀ ਕਿਸੇ ਜਿੱਦ ਲਈ ਵੀ ਤੁਹਾਨੂੰ ਤੰਗੀ ਦਾ ਸਾਹਮਣਾ ਵੇਖਣਾ ਪਿਆ ਹੋਊਗਾ, ਵੀ ਕਿਸੇ ਜਥੇਬੰਦੀ ਨੇ ਕਿਤੇ ਆਇਆ ਕਿ ਕਿਤੇ ਪਰਿਵਾਰ ਦੇ ਤੁਹਾਡੇ ਸਿਰ ਤੇ ਕੋਈ ਹੱਥ ਰੱਖਿਆ ਕਦੀ? ਨਹੀਂ ਜੀ, ਕਿਸੇ ਜਥੇਬੰਦੀ ਨੇ ਰੱਖਿਆ ਨਹੀਂ। ਇੱਕ ਭਾਈ ਸਾਹਿਬ ਮਿਲੇ ਤੇ ਜਰਮਨ ਤੋਂ, ਉਹਨਾਂ ਨੇ ਬੇਟੇ ਦੇ ਵਿਆਹ ਨੂੰ ਆ ਕੇ ਮੈਨੂੰ ਕਿਹਾ ਵੀ ਹਾਂ ਮੈਂ ਭੈਣੇ ਜਿੰਨਾ ਹੋ ਸਕਿਆ ਕਰੂੰਗਾ ਜੀ, ਵੀ ਨਹੀਂ ਅੱਗੇ। ਅਦਰਵਾਈਜ਼ ਕੋਈ ਜਥੇਬੰਦੀ ਨੇ ਸਾਨੂੰ ਕਦੇ ਪੁੱਛਿਆ ਹੀ ਨਹੀਂ, ਕੋਈ ਆਇਆ ਹੀ ਨਹੀਂ ਪਰਿਵਾਰ ਤੇ, ਚਾਹੇ ਅਸੀਂ ਜਿਉਂਦੇ ਹਾਂ ਜਾਂ ਮਰ ਗਏ, ਕਿਸੇ ਨੇ ਅੱਜ ਤੱਕ ਸਾਨੂੰ ਪੁੱਛਿਆ ਨਹੀਂ। ਮੈਂ ਇੱਕ ਗੱਲ ਹਰ ਪਰਿਵਾਰ ਦੇ ਨਾਲ ਹੀ ਕਰਦਾ ਹੁੰਦਾ ਭੈਣ ਜੀ, ਕਿ ਅਗਰ ਸ਼ਹੀਦ ਭਾਈ ਅਮਰਜੀਤ ਸਿੰਘ ਦੇ ਨਾਂ 'ਤੇ ਕਦੀ ਕਿਤਿਓਂ 500 ਰੁਪਈਆ ਇੱਕ ਸਰੋਪਾ ਵੀ ਮਿਲਿਆ, ਕਿਸੇ ਸ਼ਖਸ ਨੇ, ਕਿਸੇ ਜਥੇਬੰਦੀ ਨੇ, ਕਿਸੇ ਪੰਥਕ ਆਗੂ ਨੇ ਕਦੀ ਦਿੱਤਾ, ਤੇ ਅੱਜ ਤੁਹਾਡੀ ਗੱਲ ਪੂਰੀ ਦੁਨੀਆ ਸੁਣ ਰਹੀ ਆ, ਦੱਸਿਓ ਜ਼ਰੂਰ, ਉਹਦਾ ਨਾਂ ਜ਼ਰੂਰ ਲਿਓ। ਚਮਕੌਰ ਸਾਹਿਬ ਇੱਕ ਵਾਰ ਭਾਈ ਦਲਜੀਤ ਸਿੰਘ ਬਿੱਟੂ ਨੇ ਸਨਮਾਨਿਤ ਕੀਤਾ ਸੀ, ਇੱਕ ਸ਼ਾਲ ਤੇ ਇੱਕ ਫੋਟੋ ਦਿੱਤੀ ਸੀ ਪਿੰਡਰਾਂ ਵਾਲਿਆਂ ਦੀ, ਸੰਤ ਪਿੰਡਰਾਂ ਵਾਲਿਆਂ ਦੀ ਜੀ। ਬਸ ਉਹੀ ਸਨਮਾਨਿਤ ਮੇਰਾ ਪਹਿਲਾ ਤੇ ਆਖਰੀ ਹੈ। ਸਨਮਾਨਿਤ ਨਹੀਂ ਕੀਤਾ ਕਦੇ, ਕਿਸੇ ਉਚੇਚੇ ਤੌਰ ਤੇ ਬੁਲਾਇਆ ਨਹੀਂ ਗਿਆ ਸਾਨੂੰ, ਕਦੇ ਸਾਨੂੰ ਪੁੱਛਿਆ ਨਹੀਂ ਗਿਆ ਵੀ ਤੁਹਾਡੀਆਂ ਮੁਸ਼ਕਿਲਾਂ ਕੀ ਹੈ। ਆਪਣੇ ਭਾਈ ਸਾਹਿਬ ਹੋ ਗਏ, ਗੁਰਮੀਤ ਸਿੰਘ ਹੋ ਗਏ, ਇਹ ਹੈ ਸਾਡੇ ਬੱਚਿਆਂ ਵਰਗਾ ਇਹ, ਪਰ ਇਹਨਾਂ ਨੇ ਹਰੇਕ ਟਾਈਮ ਔਖੇ ਟਾਈਮ 'ਚ ਆ ਕੇ ਮੇਰਾ ਸਾਥ ਦਿੱਤਾ। ਭੈਣ ਜੀ, ਜਸਪਾਲ ਕੌਰ ਜਿਸ ਭਾਈ ਗੁਰਮੀਤ ਸਿੰਘ ਜੀ ਦਾ ਜ਼ਿਕਰ ਕਰ ਰਹੇ ਨੇ, ਇਹ ਭਾਈ ਗੁਰਮੀਤ ਸਿੰਘ ਬੱਬਰ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਮੋਹਾਲੀ ਤੋਂ ਇਹ ਸੇਵਾਦਾਰ ਨੇ, ਔਰ ਸੰਘਰਸ਼ ਦੇ ਨਾਲ ਕਿਤੇ ਨਾ ਕਿਤੇ ਜੁੜੇ ਰਹੇ ਨੇ, ਔਰ ਇਹਨਾਂ ਪਰਿਵਾਰਾਂ ਦੇ ਨਾਲ ਸਾਡੀ ਜਥੇਬੰਦੀ ਦੇ ਰਾਹੀਂ ਅਕਸਰ ਸ਼ਹੀਦ ਪਰਿਵਾਰਾਂ ਤੱਕ ਪਹੁੰਚ ਕਰਦੇ ਰਹਿੰਦੇ ਨੇ। ਯਥਾ ਸੰਭਵ ਮਦਦ ਸਹਾਇਤਾ ਵੀ ਜਿਹੜੀ ਆ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਸਾਡੀ ਸੰਸਥਾ ਵੱਲੋਂ ਭੇਜੀ ਸੇਵਾ ਵੀ ਕਈ ਵਾਰੀ ਇਹ ਪਰਿਵਾਰਾਂ ਤੱਕ ਪਹੁੰਚਾ ਦਿੰਦੇ ਨੇ ਇਸ ਏਰੀਏ ਦੇ ਵਿੱਚ। ਸਾਡੇ ਲਈ ਇੱਕ ਗੱਲ, ਇਹ ਬੜੀ ਵਾਰੀ ਕਈ ਵਾਰੀ ਫੋਨ ਆਉਂਦੇ ਆ ਪੂਰੀ ਦੁਨੀਆ ਦੇ ਵਿੱਚੋਂ ਕਿ ਭਾਈ ਸਾਹਿਬ ਤੁਸੀਂ ਅੰਮ੍ਰਿਤਸਰ ਗੁਰਦਾਸਪੁਰ ਦੇ ਵਿੱਚ ਘੁੰਮੀ ਜਾਂਦੇ ਹੋ, ਅਤੇ ਅੱਜ ਅਸੀਂ ਰੋਪੜ ਜ਼ਿਲ੍ਹੇ ਦੇ ਇਸ ਪਰਿਵਾਰ ਤੋਂ ਇੱਕ ਸ਼ੁਰੂਆਤ ਕੀਤੀ ਹੈ। ਜਦ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਸਮਾਂ ਅਤੇ ਸਮਰੱਥਾ ਬਖਸ਼ਣਗੇ, ਇਹ ਵਾਅਦਾ ਹੈ ਕਿ
ਹਰ ਸ਼ਹੀਦ ਦੇ ਘਰ ਤੱਕ PTN 24 ਚੈਨਲ ਪਹੁੰਚੂਗਾ। ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਸੇਵਾਦਾਰ ਪਹੁੰਚਣਗੇ। ਸਾਨੂੰ ਸਹਿਯੋਗ ਦੀ ਤੁਹਾਡੇ ਦੀ ਲੋੜ ਹੈ ਕਿ ਅਸੀਂ ਇਹਨਾਂ ਪਰਿਵਾਰਾਂ ਤੱਕ ਪਹੁੰਚ ਸਕੀਏ। ਹੁਣ ਤੁਸੀਂ ਆਪ ਇਸ ਗੱਲ ਦਾ ਭਲੀ ਭਾਂਤ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਸ਼ਹੀਦ ਪਰਿਵਾਰਾਂ ਦੀ ਗਿਣਤੀ ਹਜ਼ਾਰਾਂ 'ਚ ਨਹੀਂ ਲੱਖਾਂ 'ਚ ਆ। ਜੇ ਪਰਿਵਾਰਾਂ ਦੀ ਗੱਲ ਕਰ ਲਈਏ ਤਾਂ 35-36 ਹਜ਼ਾਰ ਦੇ ਕਰੀਬ ਇਹ ਪਰਿਵਾਰ ਨੇ, ਜਿਨ੍ਹਾਂ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ 4-4 5-5 ਜੀਅ ਵੀ ਜਿਹੜੇ ਨੇ ਉਹ ਸ਼ਹੀਦ ਕਰ ਦਿੱਤੇ ਗਏ ਨੇ। ਅਤੇ ਮੇਰੇ ਕੋਲ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਰਾਹੀਂ ਜਾਂ ਡਾਇਰੈਕਟ ਤੌਰ 'ਤੇ ਜਿਹੜੀ ਸੰਗਤ ਸੇਵਾ ਭੇਜਦੀ ਹੈ ਉਹ ਕਈ ਵਾਰੀ ਲੱਖ ਸਵਾ ਲੱਖ ਤੱਕ ਹੁੰਦੀ ਹੈ। ਅਤੇ ਹਰ ਪਰਿਵਾਰ ਨੂੰ ਅਸੀਂ 10,000 ਰੁਪਏ ਦੀ ਸੇਵਾ ਦੇਣੀ ਹੁੰਦੀ ਹੈ ਅਤੇ ਅਸੀਂ 10 ਤੋਂ 12 ਪਰਿਵਾਰਾਂ ਤੱਕ ਜਿਹੜੇ ਆ ਇੱਕ ਮਹੀਨੇ 'ਚ ਪਹੁੰਚ ਪਾਉਂਦੇ ਹਾਂ। ਕਈ ਵਾਰੀ ਕੁਛ ਗੁਰਮੁਖ ਪਿਆਰੇ ਕਹਿੰਦੇ ਵੀ ਨੇ ਵੀ ਭਾਜੀ ਤੁਸੀਂ ਹੋਰ ਪਰਿਵਾਰਾਂ 'ਚ ਕਿਉਂ ਨਹੀਂ ਜਾਂਦੇ। ਸੱਚ ਗੱਲ ਤਾਂ ਇਹ ਆ ਕਿ ਜੇ ਅਗਰ 3 ਲੱਖ ਰੁਪਏ ਦੀ ਸੇਵਾ ਸਾਡੇ ਕੋਲ ਇੱਕ ਮਹੀਨੇ 'ਚ ਆ ਗਈ ਅਤੇ ਅਸੀਂ 30 ਪਰਿਵਾਰਾਂ 'ਚ ਵੀ ਜਾਵਾਂਗੇ, ਰੋਜ਼ ਇੱਕ ਪਰਿਵਾਰ 'ਚ। ਸਾਨੂੰ ਇੰਤਜ਼ਾਰ ਹੁੰਦਾ ਆਪ ਜੀ ਵੱਲੋਂ ਭੇਜਿਆ $1 $1 ਰੁਪਈਆ, ਇਹ ਜਦੋਂ ਇਕੱਠਾ ਹੋ ਕੇ 10,000 ਰੁਪਈਆ ਬਣ ਜਾਂਦਾ ਅਤੇ ਅਸੀਂ ਉਸੇ ਵੇਲੇ ਹੀ ਕਿਸੇ ਪਰਿਵਾਰ ਵੱਲ ਤੁਰ ਪੈਂਦੇ ਹਾਂ ਉਹਨਾਂ ਦੇ ਦੁੱਖਾਂ ਦੀ ਦਾਸਤਾਨ ਤੁਹਾਡੇ ਤੱਕ ਪਹੁੰਚਾਉਣ ਲਈ। ਹੁਣ ਭੈਣ ਜੀ ਬੱਚੇ ਤੁਹਾਡੇ ਕੀ ਕਰਦੇ ਨੇ ਇਸ ਵਕਤ? ਬੇਟੀ ਮੇਰੀ ਹੁਣੇ ਆਰਮੀ 'ਚੋਂ ਰਿਟਾਇਰ ਹੋਈ ਆ। ਅੱਛਾ ਹਾਂਜੀ, ਉਹ MNS ਵਿੱਚ ਗਈ ਹੋਈ ਸੀ, ਹੁਣ ਉਹਨੇ ਜੋਬ ਛੱਡ ਦਿੱਤੀ, ਬਾਹਰ ਦੀ ਤਿਆਰੀ ਕਰ ਰਹੀ ਆ ਉਹ। ਅੱਛਾ ਜੀ। ਬੇਟੇ ਦੀ ਮੈਰਿਜ ਹੋ ਗਈ ਆ, ਵਹੁਟੀ ਬਾਹਰ ਕੈਨੇਡਾ ਸਟੱਡੀ ਲਈ ਗਈ ਹੋਈ ਆ। ਬੇਟੇ ਦੇ ਪੇਪਰ ਲਾਉਣੇ ਆ ਹੁਣ ਬਾਹਰ ਜਾਣ ਵਾਸਤੇ। ਠੀਕ ਹੈ ਜੀ। ਹਾਂਜੀ, ਬੱਚੇ ਦੋਨੋਂ ਸੈੱਟ ਆ ਮੇਰੇ ਹੁਣ। ਸਤਿਗੁਰੂ ਦੀ ਕਿਰਪਾ ਦੇ ਨਾਲ ਕਿਤੇ ਨਾ ਕਿਤੇ ਖੁਸ਼ੀਆਂ ਦਾ ਮੋੜ ਆ ਤੁਹਾਡੇ ਘਰ ਵੱਲ ਨੂੰ ਮੁੜਿਆ। ਹਾਂਜੀ ਹਾਂਜੀ, ਪਰ ਬਹੁਤ ਸਾਲਾਂ ਬਾਅਦ ਮੁੜਿਆ, ਬਹੁਤ ਕੁਛ ਬਰਦਾਸ਼ਤ ਕਰਨ ਤੋਂ ਬਾਅਦ ਮੁੜਿਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਦੁਨੀਆ ਦੀ ਕੋਈ ਜਿਹੜੀ ਖੁਸ਼ੀ ਹੈ, ਕੋਈ ਜਿਹੜਾ ਪੈਸਾ ਹੈ, ਕੋਈ ਜਿਹੜੀ ਮਦਦ ਹੈ, ਉਹ ਸ਼ਹੀਦ ਭਾਈ ਅਮਰਜੀਤ ਸਿੰਘ ਦੀ ਕਮੀ ਨਹੀਂ ਪੂਰੀ ਕਰ ਸਕਦਾ। ਨਹੀਂ ਜੀ। ਉਹ ਜਵਾਨੀ ਦੇ ਉਮਰ ਦੇ ਉਹ ਦਿਨ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਮਾਈਨਸ ਹੋ ਗਏ ਨੇ, ਉਹ ਮੁੜ ਕੇ ਨਹੀਂ ਲਿਆਂਦੇ ਜਾ ਸਕਦੇ। ਪਰ ਤੁਹਾਡੇ ਸਬਰ ਸੰਤੋਖ ਨੂੰ, ਤੁਹਾਡੇ ਸਿਦਕ ਨੂੰ ਅਸੀਂ ਸਲਿਊਟ ਕਰਦੇ ਹਾਂ ਕਿ ਤੁਸੀਂ 2 ਬੱਚਿਆਂ ਦੀ ਪਰਵਰਿਸ਼ ਇਸੇ ਹੀ ਘਰ 'ਚ ਰਹਿ ਕੇ ਭਾਈ ਅਮਰਜੀਤ ਸਿੰਘ ਦੇ ਨਾਂ ਦੇ ਉੱਤੇ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ। ਹਾਂਜੀ। ਉਹਨਾਂ ਦੀ ਡੈਥ ਤੋਂ ਬਾਅਦ ਤਾਂ ਹਾਲਾਤ ਇੱਕ ਵਾਰ ਇੱਦਾਂ ਦੇ ਹੋ ਗਏ ਤੇ ਵੀ ਮੈਨੂੰ ਪੋਸਟ ਆਫਿਸ ਦੀ ਜੋਬ ਵੀ ਨਹੀਂ ਸੀ ਮਿਲੀ ਉਦੋਂ। ਮੈਂ ਇੱਕ ਛੋਟੇ ਆਂਗਨਵਾੜੀ ਸਕੂਲ ਵਿੱਚ 400 ਰੁਪਏ ਮਹੀਨੇ 'ਤੇ ਸਾਲ ਭਰ ਜੋਬ ਕੀਤੀ। ਫਿਰ ਕੁਦਰਤੀ ਮੈਨੂੰ ਇਹ ਪੋਸਟ ਖਾਲੀ ਹੋਈ ਸੀ, ਮੈਂ ਅਪਲਾਈ ਕਰਵਾਇਆ। ਮੇਰਾ ਸਾਡੇ ਮਾਸਟਰ ਜੀ ਸੀ ਇੱਥੇ ਇੱਕ ਰਿਟਾਇਰਡ, ਉਹਨਾਂ ਨੇ ਕੁਦਰਤੀ ਮੈਨੂੰ ਇਹ ਜੋਬ ਮਿਲ ਗਈ। ਉਹਦੇ ਤੁਸੀਂ ਮਤਲਬ ਇਹ ਡਾਕਖਾਨੇ ਦੀ ਪਹਿਲਾਂ ਇੱਕ ਟੈਂਪਰੇਰੀ ਜੋਬ ਸੀ ਜਿਹਦੇ ਰਾਹੀਂ ਤੁਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ? ਹਾਂਜੀ ਹਾਂਜੀ, ਇਹ ਐਕਸਟਰਾ ਡਿਪਾਰਟਮੈਂਟ ਵਿੱਚ ਆਉਂਦੀ ਹੈ। ਪਹਿਲਾਂ ਮੈਂ ਆਂਗਨਵਾੜੀ 'ਚ ਕੀਤੀ ਸਾਲ ਕੁ, ਫਿਰ ਮੈਨੂੰ ਇਹ ਜੋਬ ਮਿਲ ਗਈ। ਇਹਦੇ ਨਾਲ ਫਿਰ ਮੈਨੂੰ 1400 ਰੁਪਇਆ ਮਿਲਣ ਲੱਗ ਗਿਆ ਸੀ ਪਰ ਮੰਥ। ਉਸ ਤੋਂ ਬਾਅਦ ਫਿਰ ਵੱਧਦੀ ਰਹੀ, ਹਰ ਸਾਲ DA ਲੱਗ ਜਾਂਦਾ ਤਾਂ ਵੀ ਚਲੋ ਕਦੇ ਕੋਈ ਪੈਸੇ ਮਿਲ ਗਏ ਥੋੜ੍ਹੇ ਬਹੁਤੇ, ਕਦੇ ਤਨਖਾਹ ਵੱਧ ਗਈ। ਇੱਦਾਂ ਹੀ ਕਰਦੇ ਕਰਾਉਂਦੇ ਬੱਚੇ ਪਰ ਸਰਕਾਰੀ ਸਕੂਲਾਂ 'ਚ ਪੜ੍ਹੇ ਆ ਦੋਨੋਂ ਹੀ, ਉਹਨਾਂ ਦਾ ਕੋਈ ਖਾਸ ਖਰਚਾ ਨਹੀਂ ਸੀ ਉਦੋਂ। ਭੈਣ ਜੀ ਕੁਛ ਟਰਸਟ ਬਣੇ ਹੋਏ ਸੀ, ਜਿਵੇਂ ਇੱਥੇ ਬੀਬੀ ਕੁਲਬੀਰ ਕੌਰ ਧਾਮੀ ਨੇ ਬੱਚੇ ਪੜ੍ਹਾਏ ਨੇ ਸ਼ਹੀਦ ਪਰਿਵਾਰਾਂ ਦੇ, ਬਹੁਤ ਤੁਹਾਡੇ ਲਾਗੇ ਆ। ਅਤੇ ਉੱਧਰ ਬੀਬੀ ਸੰਦੀਪ ਕੌਰ ਨੇ ਅੰਮ੍ਰਿਤਸਰ ਦੇ ਵਿੱਚ ਬੱਚੇ ਬਹੁਤ ਪੜ੍ਹਾਏ ਨੇ। ਇੱਥੇ ਪਟਿਆਲੇ ਦੇ ਵਿੱਚ ਵੀ ਹੈਗਾ ਇੱਕ ਟਰਸਟ ਬਣਿਆ ਹੋਇਆ। ਮਤਲਬ ਤੁਸੀਂ ਨਹੀਂ ਕੋਸ਼ਿਸ਼ ਕੀਤੀ ਕਿ ਸਾਡੇ ਬੱਚੇ ਉਸ ਟਰਸਟ ਦੇ ਵਿੱਚ ਪੜ੍ਹ ਜਾਣ? ਨਹੀਂ ਜੀ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕੋਈ ਟਰਸਟ ਇੱਦਾਂ ਦਾ ਬਣਿਆ ਹੋਇਆ। ਉਦੋਂ ਬੱਚੇ 10ਵੀਂ 11ਵੀਂ 'ਚ ਬੇਟੀ ਹੋ ਗਈ ਸੀ ਜਦੋਂ ਮੈਨੂੰ ਬੀਬੀ ਸੰਦੀਪ ਕੌਰ ਦਾ ਪਤਾ ਲੱਗਿਆ। ਫਿਰ ਬੱਚਿਆਂ ਨੂੰ ਮੈਂ ਐਡੀ ਦੂਰ ਭੇਜਣਾ ਨਹੀਂ ਸੀ ਚਾਹੁੰਦੀ ਆਪਣੇ ਤੋਂ, ਵੀ ਬੱਚੇ ਬਾਹਰ ਜਾ ਕੇ ਪੜ੍ਹਨ ਮੇਰੇ ਕੋਲੋਂ ਦੂਰ ਰਹਿ ਕੇ। ਹੁਣ ਬੱਚਿਆਂ ਦਾ ਭਵਿੱਖ ਬਣ ਗਿਆ, ਬਾਹਰ ਰਹਿੰਦੇ ਸ਼ਾਇਦ ਨਾ ਬਣਦਾ, ਇਹ ਵੀ ਨਹੀਂ ਪਤਾ ਵੀ ਕਿੱਦਾਂ ਦੀ ਉਹਨਾਂ ਦੀ ਸਥਿਤੀ ਹੁੰਦੀ, ਕਿਆ ਕਰਦੇ ਉਹ। ਹੁਣ ਅੱਖਾਂ ਦੇ ਸਾਹਮਣੇ ਰਹੇ ਆ ਦੋਨੋਂ ਬੱਚੇ, ਤਾਂ ਹੁਣ ਮੈਨੂੰ ਉਹਨਾਂ ਦਾ ਪਤਾ ਵੀ ਉਹ ਕਿਆ ਕਰਦੇ ਆ, ਕਿੱਧਰ ਨੂੰ ਮੇਰੀ ਬੇਟੀ ਦੀ ਲਾਈਨ ਜਾਂਦੀ ਸੀ, ਮੈਂ ਉਹਦੇ ਵਾਸਤੇ ਕਿਆ ਕਰਨਾ ਤਾ। ਫਿਰ ਬੇਟੀ ਨੇ ਜਦੋਂ BSc ਨਰਸਿੰਗ ਦੇ ਵਿੱਚ ਐਡਮਿਸ਼ਨ ਲਈ ਆ, ਮੈਨੂੰ ਟੀਚਰ ਨੇ ਕਿਹਾ ਸੀ ਉਹਨਾਂ ਦੇ ਨੇ ਬੁਲਾ ਕੇ ਵੀ ਬੱਚਾ ਤੁਹਾਡਾ ਬਹੁਤ ਇੰਟੈਲੀਜੈਂਟ ਆ, ਵੀ ਇਹ ਮੈਡੀਕਲ ਲਾਈਨ 'ਚ ਜਾਣਾ ਚਾਹੁੰਦਾ, ਮੈਡਮ ਤੁਸੀਂ ਭੈਣ ਜੀ ਉਹਨੂੰ ਮੈਡੀਕਲ ਲਾਈਨ 'ਚ ਪਾਓ। ਫਿਰ ਮੈਂ ਤਾਂ ਕਰਕੇ ਫਿਰ ਉਹਨੂੰ BSc ਨਰਸਿੰਗ ਕਰਵਾਈ। ਫਿਰ ਮੈਂ ਸਟੇਟ ਬੈਂਕ ਆਫ ਪਟਿਆਲਾ ਤੋਂ ਲੋਨ ਕਰਵਾਇਆ। ਕੁਛ ਮੇਰੀ ਸਟੱਡੀ ਨੌਕਰੀ 'ਤੇ ਉਹਦੇ ਬੇਸ 'ਤੇ ਮਿਲ ਗਿਆ, ਕੁਛ ਮੈਂ ਸਿਲਾਈ ਕਢਾਈ ਵਗੈਰਾ ਸ਼ੋਅ ਕਰਕੇ 3.5 ਲੱਖ ਰੁਪਏ ਦਾ ਲੋਨ ਲਿਆ, ਜਿਹੜਾ ਬੇਟੀ ਨੇ ਹੁਣ ਤਾਰਤਾ ਪੂਰਾ ਆਪਣਾ।
ਠੀਕ। ਹਾਂਜੀ, ਕੁਛ ਕਿਸ਼ਤਾਂ ਪਹਿਲਾਂ ਮੈਂ ਤਰਦੀ ਰਹੀ, ਹੁਣ ਉਹਨੇ ਆਪਣਾ ਕਲੀਅਰ ਕਰ ਦਿੱਤਾ ਸੀ। ਜੋਬ ਮਿਲੀ ਹੈ ਜਦੋਂ ਉਹਨੂੰ ਵੀ। ਫਿਰ ਬੇਟਾ ਠੀਕ ਠੀਕ ਸੀ ਪੜ੍ਹਨੇ ਨੂੰ, ਉਹਨੂੰ ਵੀ ਮੈਂ ਮੈਡੀਕਲ ਕਰਵਾਇਆ, ਮਕੈਨੀਕਲ ਦਾ ਡਿਪਲੋਮਾ ਕਰਵਾਇਆ। ਉਹ ਅਣਗਹਿਲੀ ਥੋੜ੍ਹੀ ਜਿਹੀ ਜ਼ਿਆਦਾ ਕਰਦਾ ਸੀ। ਹੁਣ ਬੱਚਾ ਕਾਮਯਾਬ ਹੋ ਗਿਆ, 4 ਪੈਸੇ ਵੀ ਆ ਗਏ ਉਹਦੇ ਕੋਲ, ਫਿਰ ਉਹ ਲੋਕਾਂ ਨੂੰ ਅਸੀਂ ਦਿਸਣ ਵੀ ਲੱਗ ਪਏ। ਨਹੀਂ ਤਾਂ ਅਸੀਂ ਇੰਨੇ ਸਾਲਾਂ 'ਚ ਉਹਨਾਂ ਨੂੰ ਦਿਸਿਆ ਹੀ ਨਹੀਂ ਵੀ ਅਸੀਂ ਵੀ ਕਿਤੇ ਰਹਿੰਦੇ ਹਾਂ। ਕਿਸੇ ਨੇ ਪੁੱਛਿਆ ਹੀ ਨਹੀਂ ਸੀ ਕਦੇ ਆ ਕੇ ਵੀ ਬੇਟਾ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਆ। ਕੋਈ ਵੀ, ਕੋਈ ਨਨਾਣ, ਕੋਈ ਭਰਾ, ਕੋਈ ਭੈਣ, ਕੋਈ ਭੂਆ ਫੁੱਫੜ, ਸਭ ਰਿਸ਼ਤੇਦਾਰਾਂ ਨੇ ਕਿਨਾਰਾ ਹੀ ਕਰਿਆ ਹੋਇਆ ਸੀ ਸਾਡੇ ਕੋਲ। ਇਸ ਤਰ੍ਹਾਂ ਹੀ ਆ ਜੀ। ਇਹ ਜਿਹੜੀ ਗੱਲ ਤੁਸੀਂ ਦੱਸੀ ਹੈ, ਇਹ ਤੁਹਾਡੇ ਇਕੱਲਿਆਂ ਨਾਲ ਨਹੀਂ, ਤਕਰੀਬਨ ਬਹੁਤ ਸਾਰੇ ਪਰਿਵਾਰਾਂ ਦੇ ਨਾਲ ਇਹ ਕੁਝ ਹੋਇਆ ਕਿ ਜਦੋਂ ਮੁਸ਼ਕਲਾਂ ਆਉਂਦੀਆਂ ਨੇ, ਮੁਸੀਬਤ ਆਉਂਦੀ ਹੈ, ਅਤੇ ਉਦੋਂ ਕਹਿੰਦੇ ਆ ਵੀ ਆਪਣਾ ਪਰਛਾਵਾਂ ਵੀ ਸਾਥ ਛੱਡ ਜਾਂਦਾ। ਅਤੇ ਅੱਜ ਹੁਣ ਬੱਚੇ ਸਫਲ ਹੋ ਰਹੇ ਨੇ। ਹੁਣ ਸਾਰੇ ਭੈਣ ਭਰਾ ਜਿਹੜੇ ਉਹ ਫਿਰ ਹੌਲੀ ਹੌਲੀ ਖਾਂਦਿਆਂ ਦੇ ਨਾਲ ਸਾਰੇ ਖਾਣ ਆ ਜਾਂਦੇ ਨੇ, ਪਰ ਰੋਂਦੇ ਦੇ ਨਾਲ ਕੋਈ ਰੋਣ ਨਹੀਂ ਆਉਂਦਾ, ਭੁੱਖੇ ਦੇ ਨਾਲ ਕੋਈ ਗੱਲ ਕਰਨ ਨਹੀਂ ਆਉਂਦਾ। ਇਹ ਗੱਲ ਤੇ ਸੱਚਾਈ ਹੈ। ਇਹ ਸਾਡੇ ਸਮਾਜ ਦਾ ਕੁਛ ਤਾਣਾ ਬਾਣਾ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ। ਪਰ ਫਿਰ ਵੀ ਭੈਣ ਜੀ, ਇਸ ਗੱਲ ਦੀ ਅਸੀਂ ਮਾਜ਼ਰਤ ਵੀ ਚਾਹੁੰਦੇ ਹਾਂ ਕਿ 1991 ਤੋਂ ਬਾਅਦ ਲਗਭਗ 29-30 ਸਾਲ ਬਾਅਦ ਅੱਜ ਅਸੀਂ ਤੁਹਾਡੇ ਕੋਲ ਆਏ ਹਾਂ। ਅਤੇ ਆਪਣੀ ਸੰਸਥਾ ਦੇ ਰਾਹੀਂ ਜਿਵੇਂ ਸਾਡਾ ਹੁੰਦਾ ਕਿ ਜਿਸ ਪਰਿਵਾਰ ਕੋਲ ਵੀ ਜਾਂਦੇ ਹਾਂ ਅਸੀਂ ਕੁਛ ਤਿਲ ਫੁੱਲ ਭੇਟਾ ਸੰਗਤ ਵੱਲੋਂ ਉਹਨਾਂ ਨੂੰ ਭੇਟਾ ਕਰਦੇ ਹਾਂ, ਅਤੇ ਉਹ ਜ਼ਰੂਰ ਅੱਜ ਅਸੀਂ ਤੁਹਾਨੂੰ ਦੇ ਕੇ ਜਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਬੱਚਿਆਂ ਨੂੰ ਹੋਰ ਕਾਮਯਾਬ ਕਰੇ। ਜ਼ਿੰਦਗੀ ਦੀਆਂ ਉਹ ਖੁਸ਼ੀਆਂ ਜਿਹੜੀਆਂ ਤੁਹਾਡੇ ਤੋਂ ਰੁੱਸ ਗਈਆਂ ਸਨ, ਉਹ ਕਈ ਗੁਣਾ ਵੱਧ ਹੋ ਕੇ ਮੁੜਨ ਤੁਹਾਡੇ ਕੋਲ। ਕੋਈ ਐਸੀ ਗੱਲ ਜਿਹੜੀ ਤੁਹਾਡੇ ਮਨ 'ਚ ਹੋਵੇ ਅਤੇ ਤੁਸੀਂ ਸੰਗਤ ਨਾਲ ਸਾਂਝੀ ਕਰਨੀ ਚਾਹੋ ਤਾਂ ਜ਼ਰੂਰ ਅੱਜ ਕਰੋ ਜੀ। ਸੰਗਤ ਨਾਲ ਤਾਂ ਮੈਂ ਇਹੀ ਗੱਲ ਸਾਂਝੀ ਕਰਨੀ ਚਾਹੁੰਦੀ ਹਾਂ ਵੀ ਦੇਖੋ, ਦੁੱਖ ਤਕਲੀਫ ਜ਼ਿੰਦਗੀ ਦੇ 2 ਮੇਨ ਉਹ ਆ ਮੁੱਦੇ ਆ ਵੀ ਕਿਸੇ 'ਤੇ ਪ੍ਰਮਾਤਮਾ ਵੱਲੋਂ ਕੋਈ ਦੁੱਖ ਪੈਂਦਾ ਤਾਂ ਉਹਦੇ ਵਿੱਚ ਆਪਣੇ ਭਰਾਵਾਂ ਨੂੰ, ਭੈਣਾਂ ਨੂੰ, ਸਾਰਿਆਂ ਨੂੰ ਸਾਥ ਦੇਣਾ ਚਾਹੀਦਾ, ਤਾਂ ਕਿ ਉਹ ਬੰਦਾ ਆਪਣੇ ਉਹਨਾਂ ਦੇ ਸਹਾਰੇ ਨਾਲ ਖੜਾ ਹੋ ਸਕੇ, ਨਾ ਕਿ ਉਹ ਧੱਕੇ ਖਾਂਦਾ ਫਿਰੇ ਜਿਵੇਂ ਮੈਂ ਖਾਧੇ। ਅੱਛਾ ਭੈਣ ਜੀ, ਹੁਣ ਵੀ ਕਦੀ ਪੁਲਿਸ ਆਈ ਹੈ ਤੁਹਾਡੇ ਘਰ? ਹਾਂਜੀ, ਹੁਣੇ ਮਹੀਨਾ ਪਹਿਲਾਂ ਇੰਟੈਲੀਜੈਂਸੀ ਵਾਲੇ ਆ ਕੇ ਗਏ। ਕੀ ਪੁੱਛਦੇ ਆ ਹੁਣ? ਉਹ ਪੁੱਛਦੇ ਆ ਤੁਹਾਡਾ ਕਿਸੇ ਨਾਲ ਬਾਹਰ ਤਾਂ ਨਹੀਂ ਰਿਲੇਸ਼ਨ, ਜਾਂ ਤੁਹਾਡੇ ਕੋਲ ਕੋਈ ਆਉਂਦਾ ਤਾਂ ਨਹੀਂ ਹੈ। ਹੁਣ ਵੀ ਆ ਕੇ ਗਏ ਵਿਆਹ ਤੋਂ ਬਾਅਦ। ਅੱਛਾ। ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਦੰਗੇ ਬਹੁਤ ਕੀਤੇ, ਮੈਨੂੰ ਤਾਂ 3-4 ਸਾਲ ਟਿਕਣੇ ਨਹੀਂ ਦਿੱਤਾ ਘਰ ਉਹਨਾਂ ਨੇ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਨਹੀਂ ਤੁਹਾਨੂੰ ਟਿਕਣ ਦਿੱਤਾ? ਕਦੇ ਖੰਨੇ ਤੋਂ ਆ ਗਏ, ਕਦੇ ਖਮਾਣੋਂ ਤੋਂ ਆ ਗਏ, ਕਦੇ ਪਟਿਆਲੇ ਤੋਂ ਆ ਗਏ ਪੁੱਛਣ ਵਾਸਤੇ ਵੀ ਤੁਸੀਂ ਕਿਹਨੂੰ ਜਾਣਦੇ ਆ, ਤੁਹਾਡਾ ਕਿਸੇ ਨਾਲ ਕੋਈ ਜਾਣ ਪਛਾਣ ਆ, ਕੋਈ ਤੁਹਾਨੂੰ ਐਡਰੈਸ ਪਤਾ ਸਾਨੂੰ ਉਹ ਤੁਸੀਂ ਦੱਸੋ। ਬਹੁਤ ਪਰੇਸ਼ਾਨ ਕਰਿਆ ਪੁਲਿਸ ਨੇ 4-5 ਸਾਲ ਬਾਅਦ ਵਿੱਚ ਵੀ। ਕੋਈ ਗੱਲ ਨਹੀਂ, ਤੁਸੀਂ ਹੁਣ ਵੀ ਜੇ ਕੋਈ ਆਉਂਦਾ ਉਹਦਾ ਨਾਂ ਪਤਾ ਸਾਰਾ ਕੁਝ ਨੋਟ ਕਰਕੇ ਰੱਖੋ, ਵੇਖੋ ਕੀ ਉਹਦਾ ਬੈਲਟ ਨੰਬਰ ਆ, ਕਿਹੜੇ ਥਾਣੇ ਤੋਂ ਉਹ ਆਏ ਆ, ਅਤੇ ਲੋੜ ਪੈਣ 'ਤੇ ਤੁਸੀਂ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਨੂੰ ਵੀ ਤੁਸੀਂ ਆਪਣੀ ਜਿਹੜੀ ਆ ਦਰਖਾਸਤ ਦੇ ਸਕਦੇ ਹੋ, ਜਾਂ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਤੁਸੀਂ ਜਾ ਕੇ ਦੱਸ ਸਕਦੇ ਹੋ ਵੀ ਹੁਣ ਅਸੀਂ ਮਸਾਂ ਉਸ ਦੁੱਖਾਂ ਦੇ ਦੌਰ 'ਚੋਂ ਨਿਕਲ ਕੇ ਅਤੇ ਹੁਣ ਸਾਡੇ ਬੱਚੇ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਚਾਹੁੰਦੇ, ਅਤੇ ਹੁਣ ਕੀ ਚਾਹੁੰਦੇ ਆ ਸਾਡੇ ਕੋਲ। ਕਿਉਂਕਿ ਕੁਛ ਪੁਲਿਸ ਅਧਿਕਾਰੀ ਅੱਜ ਵੀ ਐਸੇ ਨੇ ਕਿ ਜਿਹਨਾਂ ਨੂੰ ਤਕਲੀਫ ਆ ਕਿ ਪੰਜਾਬ ਦੇ ਵਿੱਚ ਇਹ ਸ਼ਾਂਤੀ ਕਿਉਂ ਹੋ ਗਈ ਹੈ। ਅੱਜ ਜਿੰਨਾ ਇੱਕ SHO ਨੂੰ ਆਪਣੀ ਗੱਡੀ 'ਚ ਡੀਜ਼ਲ ਪਾਉਣ ਲਈ 1 ਮਹੀਨੇ ਦਾ ਮਿਲਦਾ ਨਾ, ਇੰਨਾ ਇਹ ਰੋਜ਼ ਖਰਚਾ ਪਾਉਂਦੇ ਰਹੇ ਆ। ਕਈਆਂ ਨੂੰ ਤਾਂ ਤਕਲੀਫ ਆ। ਮੈਨੂੰ ਯਾਦ ਹੈ ਕਿ ਜਥੇਦਾਰ ਮਾਨੋਚਾਲ ਭਾਈ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਜੀ ਦੇ ਮੇਰੇ ਬ੍ਰਦਰ ਨਾਲ ਗੱਲਬਾਤ ਹੋਈ ਕਿ ਇੱਕ ਗੁਰਮੀਤ ਸਿੰਘ ਨਾਂ ਦਾ DSP, ਜਦੋਂ ਉਹ ਵਿਚਾਰੇ 22 ਜੀ ਮਾਰ ਦਿੱਤੇ ਉਹਨਾਂ ਦੇ ਪਰਿਵਾਰ ਦੇ, ਅਤੇ ਉਹਨਾਂ ਦੇ ਭਰਾ ਪੇਸ਼ ਹੋਏ ਜਾ ਕੇ ਕਿਸੇ ਮੰਤਰੀ ਸੰਤਰੀ ਦੇ ਰਾਹੀਂ, ਕਿਤੇ ਕਿਸੇ ਬੰਦੇ ਦੇ ਰਾਹੀਂ ਪੁਲਿਸ ਕੋਲ ਪੇਸ਼ ਹੋ ਗਏ, ਅਤੇ ਉਹ ਗੁਰਮੀਤ ਸਿੰਘ ਨਾਂ ਦਾ ਜਿਹੜਾ ਕਿ SP ਰੈਂਕ ਦਾ ਰਿਟਾਇਰ ਹੋਇਆ,
ਉਹਨੇ ਇੰਨੇ ਜ਼ਿਆਦਾ ਨੌਜਵਾਨ ਮੁੰਡੇ ਮਾਰੇ ਨੇ ਕਿ ਉਹ ਕਹਿੰਦਾ ਵੀ ਸਾਨੂੰ ਬੈਠਿਆਂ ਨੂੰ ਠੁੱਡ ਮਾਰਦਾ ਸੀ ਕਿ ਅਗਰ ਤੁਸੀਂ ਸਾਰੇ ਪੇਸ਼ ਹੋ ਗਏ ਤਾਂ ਅਸੀਂ ਵੇਲਿਆਂ ਕੀ ਕਰਨਾ। ਸਪੀਕਰ ਵਿਧਾਨ ਸਭਾ ਪੰਜਾਬ ਸਰਦਾਰ ਨਿਰਮਲ ਸਿੰਘ ਕਾਹਲੋਂ ਦਾ ਉਹ ਸਾਲਾ ਹੈ ਗੁਰਮੀਤ ਸਿੰਘ ਰੰਧਾਵਾ, ਇਹ ਉਹਦੀ ਗੱਲ ਆ। ਇਸ ਤਰ੍ਹਾਂ ਦੀ ਸੋਚ ਸੀ ਪੁਲਿਸ ਅਫਸਰਾਂ ਦੀ। ਮਾਝੇ ਦੇ ਕਈ ਪਿੰਡਾਂ ਦੇ ਵਿੱਚੋਂ ਕਈ ਸਾਲ ਬਰਾਤ ਨਹੀਂ ਨਿਕਲੀ, ਕਿਉਂਕਿ 15 ਸਾਲ ਤੋਂ ਉੱਪਰ ਤੇ 35 ਸਾਲ ਤੋਂ ਥੱਲੇ ਸਾਰੇ ਦੇ ਸਾਰੇ ਨੌਜਵਾਨ ਮਾਰ ਦਿੱਤੇ ਗਏ। 80-90 ਨੌਜਵਾਨ ਝਬਾਲ ਤੋਂ ਮਾਰ ਦਿੱਤੇ ਗਏ, 50-60 ਨੌਜਵਾਨ ਇੱਕੋ ਪਿੰਡ ਸੁਲਤਾਨਵਿੰਡ ਚੋਂ ਮਾਰ ਦਿੱਤੇ ਗਏ। ਸਾਰਾ ਪਿੰਡ ਹੀ ਖਾਲੀ ਕਰਤਾ ਤੇ ਫਿਰ ਬਰਾਤ ਕਿੱਥੋਂ ਨਿਕਲਣੀ ਸੀ। ਇਹ ਕੁਛ ਐਸੇ ਕਮੀਨੀ ਸੋਚ ਰੱਖਣ ਵਾਲੇ ਕੁਝ ਪੁਲਿਸ ਅਫਸਰ ਜਿਨ੍ਹਾਂ ਨੂੰ ਪੰਜਾਬ ਦੀ ਸ਼ਾਂਤੀ ਚੰਗੀ ਨਹੀਂ ਸੀ ਲੱਗਦੀ, ਉਹ ਮਾਨਾਈਆਂ ਕਰਦੇ ਸੀ ਕਿਸੇ ਦਾ ਵੀ ਖਾਂਦੇ ਪੀਂਦੇ ਪਰਿਵਾਰ ਦਾ ਬੱਚਾ ਚੁੱਕਿਆ ਤੇ ਸਿੱਧਾ ਕਹਿ ਦੇਣਾ ਇੰਨੇ ਲੱਖ ਰੁਪਈਆ ਦਿਓ ਨਹੀਂ ਤੇ ਮਾਰ ਦਿਆਂਗੇ। ਔਰ ਕਈ ਤੇ ਐਸੇ ਕਮੀਨੇ ਅਫਸਰ ਸੀ ਕਿ ਬੱਚਾ ਚੁੱਕ ਲਿਆ, ਉਹਨਾਂ ਨੂੰ ਮੂੰਹੋਂ ਮੰਗੀ ਰਕਮ ਵੀ ਦੇ ਦਿੱਤੀ ਗਈ ਤੇ ਫਿਰ ਉਹਨਾਂ ਦਾ ਬੱਚਾ ਮਾਰ ਦਿੱਤਾ ਗਿਆ। ਇਸ ਤਰ੍ਹਾਂ ਇਹ ਕੁਝ ਕਰਦੇ ਰਹੇ ਨੇ। ਕੋਰਟ ਦੇ ਵਿੱਚ ਫਾਂਸੀ ਤੱਕ ਦੀ ਵੀ ਹੈਗੀ ਆ, ਦਿੱਤੀਆਂ ਵੀ ਨੇ ਫਾਂਸੀਆਂ। ਸ਼ਹੀਦ ਭਾਈ ਸਤਵੰਤ ਸਿੰਘ ਹੋਣਾ ਨੂੰ ਦਿੱਤੀ ਆ, ਜਿੰਦਾ ਸੁੱਖਾ ਜੀ ਨੂੰ ਦਿੱਤੀ ਆ। ਉਹਨਾਂ ਵਾਸਤੇ ਬਣੀਆਂ ਹੋਈਆਂ ਨੇ ਫਾਂਸੀਆਂ। ਹਾਂਜੀ, ਇਹਨਾਂ ਪੁਲਿਸ ਅਫਸਰਾਂ ਵਾਸਤੇ ਕੁਝ ਵੀ ਜਾਇਜ਼ ਆ, ਸਭ ਕੁਝ ਕਰ ਸਕਦੇ ਆ। ਇਹ ਬੰਦੇ ਨੂੰ ਸ਼ਰੇਆਮ ਚੱਕ ਕੇ ਮਾਰ ਸਕਦੇ ਆ, ਉਹਦੇ ਪਰਿਵਾਰ ਨੂੰ ਖਤਮ ਕਰ ਸਕਦੇ ਆ। ਕੋਈ ਕਾਨੂੰਨ ਨਹੀਂ ਆਪਣੇ ਵਾਸਤੇ ਬਣਿਆ ਹੋਇਆ। ਕੋਈ ਨਹੀਂ ਜੀ, ਜਿੱਥੇ ਕਿਤੇ ਮਾਨਯੋਗ ਹਾਈ ਕੋਰਟ ਦੇ ਨੋਟਿਸ 'ਚ ਗੱਲ ਆ ਗਈ ਆ ਤੇ ਉੱਥੇ ਸਜ਼ਾਵਾਂ ਵੀ ਹੋਈਆਂ ਪੁਲਿਸ ਵਾਲਿਆਂ ਨੂੰ। ਹਾਂਜੀ, ਜੇ ਜਿੱਥੇ ਕਿਤੇ ਕੇਸ ਕੰਸੀਡਰ ਹੋ ਗਏ ਜਾਂ ਪਰਿਵਾਰਾਂ ਨੇ ਕੁਛ ਹਿੰਮਤ ਉਜ਼ਰ ਕੀਤੀ ਹੈ ਤੇ ਉੱਥੇ ਸਜ਼ਾਵਾਂ ਵੀ ਮਿਲੀਆਂ ਨੇ, ਆਉਣ ਵਾਲੇ ਸਮੇਂ 'ਚ ਵੀ ਮਿਲਣਗੀਆਂ ਜਿਹੜਾ ਕੋਈ ਪੁਲਿਸ ਵਾਲਾ ਨਜਾਇਜ਼ ਗੱਲ ਕਰੂਗਾ। ਇਸ ਕਰਕੇ ਅੱਜ ਇਸ ਗੱਲ ਦੀ ਮਾਜ਼ਰਤ ਵੀ ਚਾਹੁੰਦੇ ਹਾਂ ਕਿ ਦੇਰ ਨਾਲ ਤੁਹਾਡੇ ਘਰ ਪਹੁੰਚੇ ਹਾਂ, ਪਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਿ ਹੁਣ ਤੁਹਾਡੇ ਪਰਿਵਾਰ ਨੂੰ ਤੱਤੀ ਵਾਹ ਨਾ ਲੱਗੇ, ਤੁਹਾਡੇ ਬੱਚੇ ਤੁਹਾਡਾ ਤੇ ਭਾਈ ਅਮਰਜੀਤ ਸਿੰਘ ਜੀ ਦਾ ਨਾਮ ਰੌਸ਼ਨ ਕਰਨ, ਚੰਗੇ ਸ਼ਹਿਰੀ ਬਣਨ ਤੇ ਲੋੜਵੰਦਾਂ ਦੀ ਉਹ ਵੀ ਮਦਦ ਕਰਨ ਦੇ ਸਮਰੱਥ ਹੋਣ। ਸਾਧ ਸੰਗਤ ਜੀ, ਅੱਜ ਅਸੀਂ ਸਤਿਕਾਰਯੋਗ ਬੀਬੀ ਜਸਪਾਲ ਕੌਰ ਜੀ ਜੋ ਕਿ ਧਰਮ ਪਤਨੀ ਨੇ ਸ਼ਹੀਦ ਭਾਈ ਅਮਰਜੀਤ ਸਿੰਘ, ਪਿੰਡ ਖੇੜੀ ਸਲਾਬਤਪੁਰ, ਜ਼ਿਲ੍ਹਾ ਰੋਪੜ, ਉਹਨਾਂ ਨੂੰ ਅਸੀਂ 15,000 ਰੁਪਏ ਦੀ ਜਿਹੜੀ ਹੈ ਉਹ ਸੇਵਾ ਭੇਟ ਕਰਕੇ ਜਾ ਰਹੇ ਹਾਂ ਤਾਂ ਕਿ ਥੋੜ੍ਹਾ ਬਹੁਤਾ ਇਹ ਆਪਣਾ ਕੁਛ ਦਵਾਈ ਦਾਰੂ ਲਈ ਕਹਿ ਲਓ 15,000 ਰੁਪਏ ਨਾਲ ਹੋਰ ਤਾਂ ਕੁਛ ਏਡੀ ਵੱਡੀ ਗੱਲ ਨਹੀਂ। ਇਹ ਸਾਡੀ ਅਸੂਲ ਹੈ ਸਾਡਾ, ਜਿਸ ਵੀ ਘਰ 'ਚ ਜਾਂਦੇ ਹਾਂ ਅਸੀਂ 10 ਜਾਂ 15,000 ਰੁਪਇਆ ਦਿੰਦੇ ਹਾਂ, ਕਿਉਂਕਿ ਇਹਨਾਂ ਪਰਿਵਾਰਾਂ ਦੇ ਵਿੱਚ ਪਹਿਲਾਂ ਕਦੀ ਨਹੀਂ ਅਸੀਂ ਆਏ ਅਤੇ ਬੜਾ ਲੰਬਾ ਸਫ਼ਰ ਪੈਂਦਾ। ਇਸ ਕਰਕੇ 15,000 ਰੁਪਏ ਦੀ ਭੇਟਾ ਜਿਹੜੀ ਅੱਜ ਅਸੀਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਇਹਨਾਂ ਦੇ ਸਪੁਰਦ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਦਾ ਕਦੀ ਮੌਕਾ ਹੀ ਨਾ ਇਹਨਾਂ ਨੂੰ, ਸੱਚੇ ਪਾਤਸ਼ਾਹ ਇਸ ਤਰ੍ਹਾਂ ਦਾ ਮਾਹੌਲ ਨਾ ਕਦੀ ਬਣੇ ਇਹਨਾਂ ਦੇ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪਵੇ। ਇਹ ਆਪਣਾ ਸਾਰੀਆਂ ਜ਼ਰੂਰਤਾਂ ਆਪਣੇ ਸਿਰ 'ਤੇ ਹੀ ਪੂਰੀਆਂ ਕਰਨ ਦੇ ਸਮਰੱਥ ਹੋ ਜਾਣ। ਸੱਚੇ ਪਾਤਸ਼ਾਹ ਕਿਰਪਾ ਕਰਨ ਜੀ। ਫਿਰ ਵੀ ਉਹ ਸੰਗਤਾਂ ਜਿਹੜੀਆਂ ਸਾਡੇ 'ਤੇ ਯਕੀਨ ਕਰਕੇ ਭਰੋਸਾ ਕਰਕੇ ਸਾਨੂੰ ਸੇਵਾ ਭੇਜਦੀਆਂ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਨਾਲ ਜੀ ਭਾਈ ਗੁਰਮੀਤ ਸਿੰਘ ਬੱਬਰ, ਜਿਨ੍ਹਾਂ ਦਾ ਜ਼ਿਕਰ ਕੀਤਾ ਸੀਗਾ ਭੈਣ ਜੀ ਨੇ ਕਿ ਉਹ ਪਹਿਲਾਂ ਵੀ ਇਸ ਪਰਿਵਾਰ ਦੇ ਵਿੱਚ ਕਿਤੇ ਗਾਹੇ ਬਗਾਹੇ ਸੇਵਾ ਲਈ ਪਹੁੰਚਦੇ ਰਹੇ ਨੇ, ਕਿਤੇ ਦੁੱਖ ਸੁੱਖ ਦੇ ਵਿੱਚ ਇਹਨਾਂ ਦੇ ਨਾਲ ਖੜ੍ਹਦੇ ਰਹੇ ਨੇ। ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।